ਹੈਲੋ एवरीवन ਵੈਲਕਮ ਟੂ ਭਾਰਤ IQ ਐਜੂਕੇਸ਼ਨ। ਦਿਸ ਇਜ਼ ਕਰਨ ਜਾਜੋਰੀਆ। ਅਤੇ ਜਿੱਦਾਂ ਕਿ ਮੈਂ ਤੁਹਾਨੂੰ ਕਿਹਾ ਸੀ ਕਿ ਮੈਂ ਤੁਹਾਡੇ ਲਈ ਮੈਰਾਥਨ ਲੈ ਕੇ ਆਵਾਂਗਾ ਟੈਕਸੇਸ਼ਨ ਦੀ, ਤਾਂ ਆਪਣੀ ਟੈਕਸੇਸ਼ਨ ਦੀ ਮੈਰਾਥਨ ਹੈ। ਤਾਂ ਆਪਾਂ ਜ਼ਿਆਦਾ ਦੇਰੀ ਨਾ ਕਰਦੇ ਹੋਏ ਸ਼ੁਰੂ ਕਰਦੇ ਹਾਂ। ਪਹਿਲਾ ਕੁਐਸਚਨ ਹੈ ਆਪਣਾ, ਨੀਤੀ ਆਯੋਗ ਵਾਜ਼ ਫਾਰਮਡ ਇਨ ਵਿਚ ਈਅਰ। ਨੀਤੀ ਆਯੋਗ ਕਿਹੜੇ ਸਾਲ ਦੇ ਵਿੱਚ ਬਣਿਆ ਸੀ? ਤਾਂ ਨੀਤੀ ਆਯੋਗ ਬਣਿਆ ਸੀ ਆਪਣਾ 1 ਜਨਵਰੀ 2015 ਦੇ ਵਿੱਚ। ਨੀਤੀ ਆਯੋਗ ਬਣਿਆ ਤਾਂ ਜਿਹੜਾ ਆਪਣਾ ਪਲੈਨਿੰਗ ਕਮਿਸ਼ਨ ਸੀ, ਉਹਨਾਂ ਨੂੰ ਪਲੈਨਿੰਗ ਕਮਿਸ਼ਨ 1950 ਦੇ ਵਿੱਚ ਜੋ ਕਿ ਬਣਿਆ ਸੀ ਉਹਨੂੰ ਡਿਜ਼ੋਲਵ ਕਰਤਾ ਸੀ। ਉਹਨੂੰ ਡਿਜ਼ੋਲਵ ਕਰਕੇ ਨੀਤੀ ਆਯੋਗ ਬਣਿਆ, ਜੋ ਕਿ ਇੱਕ ਥਿੰਕ ਟੈਂਕ ਹੈ ਗੌਰਮੈਂਟ ਦਾ। ਤਾਂ ਮੂਵ ਕਰਦੇ ਹਾਂ ਆਪਾਂ ਨੈਕਸਟ ਕੁਐਸਚਨ 'ਤੇ। ਫੁੱਲ ਫਾਰਮ ਕੀ ਹੈ ਨੀਤੀ ਆਯੋਗ ਦੀ? ਨੀਤੀ ਆਯੋਗ ਦੀ ਫੁੱਲ ਫਾਰਮ ਹੈਗੀ ਹੈ ਜੀ ਨੈਸ਼ਨਲ ਇੰਸਟੀਟਿਊਸ਼ਨ ਫॉर ਟਰਾਂਸਫਾਰਮਿੰਗ ਇੰਡੀਆ। ਇਹ ਕੁਐਸਚਨ ਆ ਵੀ ਚੁੱਕਿਆ ਪਿਛਲੇ 1-2 ਪੇਪਰ ਜਿਹੜੇ ਮੈਂ ਦੇਖਿਆ ਪੰਜਾਬ ਦੇ। ਤਾਂ ਇੱਦਾਂ ਦੇ ਨੋਰਮਲ ਕੁਐਸਚਨ ਜਿਹੜੇ ਹੁੰਦੇ ਆ, ਜਿਹੜੇ ਕਿ ਆਪਾਂ ਨੂੰ ਆਸਾਨ ਹੀ ਲੱਗਦੇ ਹੁੰਦੇ ਆ, ਪਰ ਕਈ ਵਾਰ ਆਪਸ਼ਨਾਂ 'ਚ ਉਲਝ ਜਾਂਦਾ ਬੰਦਾ। ਤਾਂ ਇਹਨੂੰ ਧਿਆਨ ਨਾਲ ਪੜ੍ਹਿਓ ਜੀ, ਅਤੇ ਇਹਨੂੰ ਧਿਆਨ ਨਾਲ ਆਪਾਂ ਯਾਦ ਰੱਖਣਾ। ਮੂਵ ਕਰਦੇ ਹਾਂ ਨੈਕਸਟ ਕੁਐਸਚਨ 'ਤੇ। ਜਿਹੜਾ ਨੀਤੀ ਆਯੋਗ ਹੈ ਉਹਦਾ CEO ਕੌਣ ਹੈ? ਤਾਂ ਨੀਤੀ ਆਯੋਗ ਦਾ ਜੋ ਕਰੰਟ CEO ਹੈ ਉਹ ਅਮਿਤਾਭ ਕਾਂਤ ਹੈ। ਅਤੇ ਨੀਤੀ ਆਯੋਗ ਦੇ ਜਿਹੜੇ ਆਪਣਾ ਵਾਈਸ ਚੇਅਰਮੈਨ ਕੌਣ ਹੈ ਇਸ ਟਾਈਮ ਦਾ? ਕਰੰਟ ਵਾਈਸ ਚੇਅਰਮੈਨ ਜੋ ਨੀਤੀ ਆਯੋਗ ਦਾ ਹੈਗਾ ਜੀ ਰਾਜੀਵ ਕੁਮਾਰ। ਅਤੇ ਚੇਅਰਮੈਨ ਕੌਣ ਹੈ ਜੀ? ਤਾਂ ਚੇਅਰਮੈਨ ਜੋ ਐਕਸ ਆਫੀਸ਼ੀਓ ਪੋਸਟ ਹੁੰਦੀ ਹੈ, ਐਕਸ ਆਫੀਸ਼ੀਓ, ਤਾਂ ਚੇਅਰਮੈਨ ਆਪਣਾ PM ਹੀ ਹੈ ਜੀ, PM ਨਰਿੰਦਰ ਮੋਦੀ ਜੀ। ਤਾਂ ਉਹ ਆਪਣੇ ਚੇਅਰਮੈਨ ਹੈ ਜੀ। ਅਤੇ ਜਿਹੜਾ ਇੱਕ ਕੁਐਸਚਨ ਸਟੈਟਿਕ ਦਾ ਆਪਾਂ ਦੇਖ ਸਕਦੇ ਹਾਂ ਉਹ ਇਹ ਹੈ ਕਿ ਫਸਟ ਵਾਈਸ ਚੇਅਰਮੈਨ ਕੌਣ ਸੀ? ਅਤੇ ਫਸਟ ਵਾਈਸ ਚੇਅਰਮੈਨ ਆਫ ਨੀਤੀ ਆਯੋਗ ਅਰਵਿੰਦ ਪੰਨਾਗੜੀਆ ਸੀ। ਇਹ ਸਟੈਟਿਕ ਕੁਐਸਚਨ ਹੈ ਜੋ ਕਿ ਆਪਾਂ ਨੂੰ ਸਿੱਧਾ ਹੀ ਯਾਦ ਕਰਨਾ ਪੈਣਾ, ਅਤੇ ਵਧੀਆ ਕੁਐਸਚਨ ਆ ਵੀ ਸਕਦਾ। ਮੂਵ ਕਰਦੇ ਹਾਂ ਆਪਾਂ ਨੈਕਸਟ ਕੁਐਸਚਨ 'ਤੇ। ਪਲੈਨਿੰਗ ਕਮਿਸ਼ਨ। ਪਲੈਨਿੰਗ ਕਮਿਸ਼ਨ ਕਦੋਂ ਐਸਟੈਬਲਿਸ਼ ਹੋਇਆ? ਪਲੈਨਿੰਗ ਕਮਿਸ਼ਨ ਵਾਜ਼ ਐਸਟੈਬਲਿਸ਼ਡ ਇਨ 1950 ਦੇ ਵਿੱਚ ਐਸਟੈਬਲਿਸ਼ ਹੋਇਆ ਸੀ ਪਲੈਨਿੰਗ ਕਮਿਸ਼ਨ। ਇਹਦੇ ਵਿੱਚ ਕੀ ਸੀ ਕਿ ਇਹਦੇ ਵਿੱਚ 5 ਈਅਰ ਪਲਾਨ ਬਣਾਏ ਗਏ ਸੀ। ਅਤੇ 5 ਈਅਰ ਜੋ ਪਲਾਨ ਸੀ ਉਹ ਟੋਟਲੀ 12 ਪਲਾਨ ਤੱਕ ਰਹੇ ਆ। ਅਤੇ ਉਸ ਤੋਂ ਬਾਅਦ ਆਪਣਾ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਨੀਤੀ ਆਯੋਗ ਫਾਰਮ ਹੋ ਗਈ ਸੀ ਉਸ ਤੋਂ ਬਾਅਦ, ਅਤੇ 12 ਪਲਾਨ ਤੱਕ ਆਪਣੇ ਪਲੈਨਿੰਗ ਕਮਿਸ਼ਨ ਰਹੀ ਹੈ ਜੀ। ਉਸ ਤੋਂ ਬਾਅਦ ਪਲੈਨਿੰਗ ਕਮਿਸ਼ਨ ਨੂੰ ਡਿਜ਼ੋਲਵ ਕਰਤਾ ਜਦੋਂ ਆਪਣੀ ਮਤਲਬ BJP ਦੀ ਸਰਕਾਰ ਆਈ ਇਹਨਾਂ ਨੇ, ਅਤੇ ਉਹਨਾਂ ਨੇ ਨੀਤੀ ਆਯੋਗ ਬਣਾਈ। ਤਾਂ ਆਪਾਂ ਮੂਵ ਕਰਦੇ ਹਾਂ ਜੀ ਨੈਕਸਟ ਕੁਐਸਚਨ 'ਤੇ। ਨੈਕਸਟ ਕੁਐਸਚਨ ਹੈ ਜੀ, ਦ ਕੰਸੈਪਟ ਆਫ ਇਕਨੋਮਿਕ ਪਲੈਨਿੰਗ ਵਾਜ਼ ਟੇਕਨ ਫਰੋਮ ਵਿਚ ਕੰਟਰੀ? ਇਕਨੋਮਿਕ ਪਲੈਨਿੰਗ ਦਾ ਕੰਸੈਪਟ ਜੋ ਹੈ ਉਹ ਰਸ਼ੀਆ ਤੋਂ ਲਿਆ ਗਿਆ। ਇਕਨੋਮਿਕ ਤਾਂ ਮੂਵ ਕਰਦੇ ਹਾਂ। ਆਪਣਾ 6th ਕੁਐਸਚਨ ਹੈ ਆਪਣਾ, ਜੋ ਕਿ ਕਾਫੀ ਇੰਪੋਰਟੈਂਟ ਕੁਐਸਚਨ ਹੈ ਕਿ ਫਸਟ ਐਂਡ ਸੈਕਿੰਡ 5 ਈਅਰ ਪਲਾਨ ਵਰ ਬੇਸਡ ਔਨ ਹੂਜ਼ ਮਾਡਲ। ਤਾਂ ਕਿਹਦਾ ਮਾਡਲ ਸੀ? ਫਸਟ 5 ਈਅਰ ਪਲਾਨ ਜੋ ਹੈ ਆਪਣਾ ਹੈਰੋਲਡ ਡੋਮਰ ਦਾ ਪਲਾਨ ਸੀ, ਐਂਡ ਸੈਕਿੰਡ 5 ਈਅਰ ਪਲਾਨ ਜੋ ਹੈ ਆਪਣਾ ਉਹ PC ਮਹਾਨਬੋਲਿਸ ਦਾ ਪਲਾਨ ਸੀ। ਬਹੁਤ ਵਧੀਆ ਕੁਐਸਚਨ ਹੈ, ਇਹ ਆਪਾਂ ਯਾਦ ਰੱਖਣਾ। ਆਪਾਂ ਮੂਵ ਕਰਦੇ ਹਾਂ ਨੈਕਸਟ ਕੁਐਸਚਨ 'ਤੇ। ਤਾਂ ਨੈਕਸਟ ਕੁਐਸਚਨ ਹੈ ਆਪਣਾ 7th, ਵਾਟ ਆਰ ਦੀ ਮੇਨ ਫੰਕਸ਼ਨਸ ਆਫ ਨੀਤੀ ਆਯੋਗ? ਨੀਤੀ ਆਯੋਗ ਦੇ ਮੇਨ ਫੰਕਸ਼ਨ ਕੀ ਹੈ? ਤਾਂ ਨੀਤੀ ਆਯੋਗ ਜੋ ਹੈ ਉਹਦਾ ਮੇਨ ਫੰਕਸ਼ਨ ਹੈਗਾ, ਇੱਕ ਤਾਂ ਦੇਖੋ ਵਰਕਿੰਗ ਫॉर ਦ ਕ੍ਰੀਏਸ਼ਨ ਆਫ ਇਕੁਅਲ ਓਪਰਚੁਨਿਟੀਜ਼। ਹਰੇਕ ਲਈ ਇਕੁਅਲ ਓਪਰਚੁਨਿਟੀਜ਼, ਹਰੇਕ ਸੈਕਟਰ ਲਈ ਇਕੁਅਲ ਓਪਰਚੁਨਿਟੀਜ਼ ਕ੍ਰੀਏਟ ਕਰਨਾ, ਇਹ ਉਹਦਾ ਕੰਮ ਹੈ। ਐਕਟਿੰਗ ਐਜ਼ ਐਨ ਇੰਟਲੈਕਚੁਅਲ ਔਰਗਨਾਈਜੇਸ਼ਨ, ਇੰਟਲੈਕਟ ਪ੍ਰੋਵਾਈਡ ਕਰਨਾ, ਕਿਉਂਕਿ ਇਹਦੇ ਵਿੱਚ ਆਪਣੇ ਤੁਹਾਨੂੰ ਪਤਾ ਕਾਫੀ ਇੰਟਲੈਕਚੁਅਲ ਪਰਸਨ, ਸਾਇੰਟਿਸਟ ਵਗੈਰਾ ਵੀ ਸਾਰੇ ਜਿਹੜੇ ਵਧੀਆ ਥਿੰਕ ਟੈਂਕ ਹੁੰਦੇ ਆ ਸਾਰੇ ਇਨਵੋਲਵਡ ਹੁੰਦੇ ਆ ਨੀਤੀ ਆਯੋਗ ਦੇ ਵਿੱਚ। ਤਾਂ ਇਹ ਇੱਕ ਇੰਟਲੈਕਚੁਅਲ ਔਰਗਨਾਈਜੇਸ਼ਨ ਹੈ ਜੋ ਕਿ ਇੰਟਲੈਕਟ ਪ੍ਰੋਵਾਈਡ ਕਰਦੀ ਹੈ। ਤਾਂ ਡਿਜ਼ਾਈਨਿੰਗ ਸਟ੍ਰੈਟੇਜਿਕ ਲੌਂਗ ਟਰਮ ਪੋਲਿਸੀਜ਼, ਡਿਜ਼ਾਈਨਿੰਗ ਸਟ੍ਰੈਟੇਜਿਕ
ਲੌਂਗ ਟਰਮ ਪੋਲਿਸੀਜ਼, ਲੰਬੇ ਟਾਈਮ ਦੀ ਪਾਲਿਸੀਆਂ ਡਿਜ਼ਾਈਨ ਕਰਨਾ ਕੰਮ ਹੈ ਇਹਦਾ। ਟੂ ਫੋਸਟਰ ਕੋਆਪਰੇਟਿਵ ਫੈਡਰਲਿਜ਼ਮ, ਇਹਦਾ ਮਤਲਬ ਹੈ ਕਿ ਸੈਂਟਰ ਅਤੇ ਸਟੇਟ ਦੇ ਵਿੱਚ ਕੋਆਪਰੇਸ਼ਨ ਬਣਾਏ ਰੱਖਣਾ। ਫੈਡਰਲਿਜ਼ਮ ਮਤਲਬ ਉੱਪਰ ਸੈਂਟਰ ਤੋਂ ਸਟੇਟ ਤੱਕ ਅਤੇ ਸਟੇਟ ਤੋਂ ਸੈਂਟਰ ਤੱਕ ਮਤਲਬ ਡਿਸਟਰੀਬਿਊਸ਼ਨ ਸਹੀ ਰੱਖਣਾ ਪਾਵਰਸ ਦਾ, ਅਤੇ ਉਹ ਚੀਜ਼ ਨੂੰ ਇਹ ਫੋਸਟਰ ਕਰਦਾ, ਮਤਲਬ ਵਧਾਉਂਦਾ ਹੈ, ਇਹਦਾ ਕੰਮ ਹੈ ਕੋਆਪਰੇਟਿਵ ਫੈਡਰਲਿਜ਼ਮ ਨੂੰ ਫੋਸਟਰ ਕਰਨਾ, ਵਧਾਉਣਾ। ਮੂਵ ਕਰਦੇ ਹਾਂ ਆਪਾਂ। ਨੈਕਸਟ ਕੁਐਸਚਨ ਇਜ਼ 8th, ਜੋ ਕਿ ਇੱਕ ਕਰੰਟ ਦਾ ਕੁਐਸਚਨ ਹੈ। ਇਨ ਵਿਚ ਸਿਟੀ was the first meeting of Niti Aayog forum for the North East was held recently? ਧਿਆਨ ਨਾਲ ਪੜ੍ਹਨਾ ਆਪਾਂ ਕਿ ਨਾਰਥ ਈਸਟ ਦੀ ਨੀਤੀ ਆਯੋਗ ਦੀ ਪਹਿਲੀ ਫੋਰਮ ਦੀ ਪਹਿਲੀ ਜਿਹੜੀ ਮੀਟਿੰਗ ਹੈ ਕਿੱਥੇ ਹੋਈ ਹੈ? ਉਹ ਅਗਰਤਲਾ 'ਚ ਹੋਈ ਹੈ। ਅਗਰਤਲਾ ਜੋ ਹੈ ਉਹ ਕੈਪੀਟਲ ਹੈ ਤ੍ਰਿਪੁਰਾ ਦੀ ਕੈਪੀਟਲ ਹੈ, ਜੋ ਕਿ ਨਾਰਥ ਈਸਟ ਸਟੇਟ ਆ ਆਪਣੀ। ਮੂਵ ਕਰਦੇ ਆਪਾਂ 9th ਕੁਐਸਚਨ। ਇਹ ਵੀ ਕਰੰਟ ਦਾ ਕੁਐਸਚਨ ਹੈ, ਜਿੱਦਾਂ ਕਿ ਵਧੀਆ ਕੁਐਸਚਨ ਹੈਗੇ ਆ ਸਾਰੇ ਦੇ ਸਾਰੇ, ਸਭ 'ਤੇ ਫੋਕਸ ਕਰਨਾ ਹੈ, ਅਤੇ ਹੋ ਸਕੇ ਤਾਂ ਲਿਖ ਵੀ ਲਓਗੇ ਤਾਂ ਜ਼ਿਆਦਾ ਵਧੀਆ ਹੈ ਤੁਹਾਡੇ ਸਭ ਲਈ। ਤਾਂ ਆਪਣਾ 9th ਕੁਐਸਚਨ ਹੈ, ਵਿਚ ਪ੍ਰੋਜੈਕਟ was released by Niti Aayog for introducing system-wide governance transformation in school education? ਤਾਂ ਸਕੂਲ ਐਜੂਕੇਸ਼ਨ ਦੇ ਵਿੱਚ ਸਿਸਟਮ ਵਾਈਜ਼ ਗਵਰਨੈਂਸ ਮਤਲਬ ਉਹਨੂੰ ਵਧਾਉਣਾ, ਸਕੂਲ ਐਜੂਕੇਸ਼ਨ ਦੀ ਗਵਰਨੈਂਸ ਨੂੰ ਵਧੀਆ ਗਵਰਨ ਕਰਨਾ ਉਹਨਾਂ ਚੀਜ਼ਾਂ ਨੂੰ। ਤਾਂ ਉਹਦੇ ਲਈ ਨੀਤੀ ਆਯੋਗ ਨੇ ਕਿਹੜਾ ਪ੍ਰੋਜੈਕਟ ਸ਼ੁਰੂ ਕੀਤਾ ਸੀ? ਤਾਂ ਉਹਦੇ ਲਈ ਨੀਤੀ ਆਯੋਗ ਨੇ ਪ੍ਰੋਜੈਕਟ ਸ਼ੁਰੂ ਕੀਤਾ ਸੀ ਆਪਣਾ ਸਾਥੀ ਪ੍ਰੋਗਰਾਮ, ਸਾਥ ਈ। ਧਿਆਨ ਨਾਲ ਸੁਣਿਓ, ਮੈਂ ਇਹਦੀ ਫੁੱਲ ਫੋਰਮ ਬੋਲਦਾ ਹਾਂ, ਸ਼ਾਇਦ ਲਿਖ ਵੀ ਟਰਾਈ ਕਰ ਲੈਣਾ ਮੈਂ ਲਿਖਣ ਦੀ। ਇਹਦੀ ਫੁੱਲ ਫੋਰਮ ਹੈਗੀ ਹੈ ਸਸਟੇਨੇਬਲ ਐਕਸ਼ਨ ਫॉर ਟਰਾਂਸਫਾਰਮਿੰਗ ਹਿਊਮਨ ਕੈਪੀਟਲ ਐਜੂਕੇਸ਼ਨ, ਇਹਦੀ ਫੁੱਲ ਫੋਰਮ ਹੈਗੀ ਹੈ। ਮੈਂ ਇੱਦਾਂ ਹੀ ਲਿਖਿਆ ਨਹੀਂ ਜਾਏਗਾ ਮੇਰੇ ਤੋਂ, ਅਤੇ ਇਹਦੀ ਫੁੱਲ ਫੋਰਮ ਹੈਗੀ ਹੈ ਸਾਥੀ ਦੀ ਸਸਟੇਨੇਬਲ ਐਕਸ਼ਨ ਫॉर ਟਰਾਂਸਫਾਰਮਿੰਗ ਹਿਊਮਨ ਕੈਪੀਟਲ ਐਜੂਕੇਸ਼ਨ। ਅਤੇ ਇਹਦੇ ਨਾਲ ਹੀ ਆਪਾਂ ਹੋਰ ਵੀ ਵਧੀਆ ਸਕੀਮ ਲਿਖੀ ਹੋਈ ਹੈ ਇੱਕ। ਇਹ ਪਹਿਲੀ ਸਕੀਮ ਆਪਣੀ ਜਿਹੜੀ ਲਿਖੀ ਹੋਈ ਹੈ ਇਹ ਹੈਗੀ ਹੈ ਅਟਲ ਇਨੋਵੇਸ਼ਨ ਮਿਸ਼ਨ। ਇਹ ਹੈਗੀ ਹੈ ਪ੍ਰਮੋਟ ਇਨੋਵੇਸ਼ਨ ਨੂੰ ਪ੍ਰਮੋਟ ਕਰਨਾ ਅਤੇ ਐਂਟਰਪ੍ਰੈਨਿਓਰਸ਼ਿਪ ਨੂੰ ਪ੍ਰਮੋਟ ਕਰਨਾ, ਉਹਨੂੰ ਅੱਗੇ ਲੈ ਕੇ ਜਾਣਾ। ਉਹਦੇ ਲਈ ਮਤਲਬ ਜਿਹੜਾ ਨੀਤੀ ਆਯੋਗ ਦਾ ਅਟਲ ਇਨੋਵੇਸ਼ਨ ਮਿਸ਼ਨ ਹੈ, ਅਤੇ ਜਿਹੜਾ GIAN ਹੈ ਗਿਆਨ, ਉਹ ਗਲੋਬਲ ਇਨੀਸ਼ੀਏਟਿਵ ਫॉर ਅਕੈਡਮਿਕਸ ਐਂਡ ਨੈਟਵਰਕ, ਇਹਦੀ ਫੁੱਲ ਫੋਰਮ ਹੈ। ਇਹ ਕਾਹਦੇ ਲਈ ਹੈ? ਇਹ ਹਾਇਰ ਐਜੂਕੇਸ਼ਨ ਵਾਸਤੇ ਹੈ। ਜਿੱਦਾਂ ਕਿ ਇਹ ਸਕੂਲ ਐਜੂਕੇਸ਼ਨ ਵਾਸਤੇ ਹੈ ਸਾਥੀ ਪ੍ਰੋਗਰਾਮ, ਤਾਂ ਗਿਆਨ ਜਿਹੜਾ ਪ੍ਰੋਗਰਾਮ ਹੈ ਉਹ ਫॉर ਹਾਇਰ ਐਜੂਕੇਸ਼ਨ ਵਾਸਤੇ। ਅਗਲੇ ਕੁਐਸਚਨ 'ਤੇ ਆਪਾਂ ਮੂਵ ਕਰਦੇ ਹਾਂ, ਜੋ 10th ਕੁਐਸਚਨ ਹੈ, ਟੂ ਸਪੋਰਟ ਟਰਾਂਸਫਾਰਮੇਸ਼ਨ ਫॉर ਹੈਲਥ ਕੇਅਰ ਐਜੂਕੇਸ਼ਨ ਐਂਡ ਨਿਊਟ੍ਰੀਸ਼ਨ ਐਂਡ ਐਸਪਾਇਰੇਸ਼ਨਲ ਡਿਸਟ੍ਰਿਕਟਸ ਵਿਚ ਆਰਗੇਨਾਈਜੇਸ਼ਨ ਹੈਜ਼ ਸਾਈਨਡ ਸਟੇਟਮੈਂਟ ਆਫ ਇੰਟੈਂਟ ਵਿਦ ਨੀਤੀ ਆਯੋਗ। ਤਾਂ ਟਰਾਂਸਫਾਰਮੇਸ਼ਨ ਲਿਆਉਣ ਲਈ ਹੈਲਥ ਕੇਅਰ ਐਜੂਕੇਸ਼ਨ, ਜਿਹੜੇ ਐਸਪਾਇਰੇਸ਼ਨਲ ਕੁਛ ਚੁਣੇ ਹੋਏ ਡਿਸਟ੍ਰਿਕਟਸ ਆ ਉਹਨਾਂ ਵਿੱਚ, ਤਾਂ ਨੀਤੀ ਆਯੋਗ ਨੇ ਕਿਹਦੇ ਨਾਲ ਸਾਈਨ ਕੀਤਾ ਆਪਣਾ? ਤਾਂ ਉਹ ਹੈਗੇ ਜੀ ਪਿਰਾਮਿਲ ਫਾਊਂਡੇਸ਼ਨ, ਬਿਲ ਐਂਡ ਮੈਲਿੰਡਾ ਗੇਟਸ ਫਾਊਂਡੇਸ਼ਨ ਨਹੀਂ ਹੈ, ਇਹ ਗਲਤੀ ਨਾਲ ਲਿਖਿਆ ਗਿਆ, ਸਿਰਫ ਪਿਰਾਮਿਲ ਫਾਊਂਡੇਸ਼ਨ ਇਹਦਾ ਆਨਸਰ ਹੈ। ਮੂਵ ਕਰਦੇ ਹਾਂ ਨੈਕਸਟ ਕੁਐਸਚਨ 11th ਕੁਐਸਚਨ। ਥੋੜ੍ਹੇ ਵਿੱਚ ਦੀ ਟੋਪਿਕ ਵਾਈਜ਼ ਵੀ ਹੈਗੇ ਆ ਕੁਐਸਚਨ, ਥੋੜ੍ਹੇ ਵਿੱਚ ਦੀ ਰੈਂਡਮ ਵੀ ਹੈਗੇ ਆ ਕੁਐਸਚਨ, ਮਤਲਬ ਸਾਰੇ ਲਏ ਆਪਾਂ। ਤਾਂ ਇੱਦਾਂ ਨਹੀਂ ਹੈ ਕਿ ਮਤਲਬ ਹੈ ਸਾਰਾ ਕੁਛ ਹੈ, ਪਰ ਇੱਦਾਂ ਨਹੀਂ ਹੈ ਕਿ ਸੀਰੀਜ਼ ਵਾਈਜ਼ ਵੀ ਹੈ, ਉੱਪਰ ਥੱਲੇ ਵੀ ਹੋ ਸਕਦੇ ਕੁਐਸਚਨ। ਤਾਂ ਜਿਹੜਾ 11th ਕੁਐਸਚਨ ਹੈ ਜੀ ਆਪਣਾ, ਨੋਡਲ ਏਜੰਸੀ ਰਿਸਪੋਂਸੀਬਲ ਫॉर ਐਡਮਿਨਿਸਟ੍ਰੇਸ਼ਨ ਆਫ ਕਸਟਮਸ ਡਿਊਟੀ। ਜਿਹੜੀ ਕਸਟਮ ਡਿਊਟੀ ਹੈ, ਕਸਟਮ ਡਿਊਟੀ ਲੱਗਦੀ ਕਿਸ ਚੀਜ਼ 'ਤੇ ਹੈ? ਜਿਹੜੀ ਕੋਈ ਚੀਜ਼ ਇੰਪੋਰਟ ਹੁੰਦੀ ਹੈ, ਬਾਹਰੋਂ ਆਉਂਦੀ ਹੈ, ਉਹ 'ਤੇ ਕਸਟਮ ਡਿਊਟੀ ਲੱਗਦੀ ਹੈ। ਜਿੱਦਾਂ ਕਿ ਆਪਾਂ ਬਾਹਰੋਂ ਆਈਫੋਨ ਮੰਗਾਈਏ ਜਾਂ ਕੁਛ ਵੀ ਆਪਾਂ ਕੋਈ ਗੱਡੀ ਮੰਗਾਈਏ ਇੰਪੋਰਟ ਕਰੀਏ ਤਾਂ ਉਹ 'ਤੇ ਕਸਟਮ ਡਿਊਟੀ ਲੱਗੇਗੀ, ਅਤੇ ਉਹਨੂੰ ਜੇ ਕੋਈ ਚੀਜ਼ ਆਪਾਂ ਬਾਹਰ ਭੇਜਣੀ ਆ ਉਹ 'ਤੇ ਵੀ ਕਸਟਮ ਡਿਊਟੀ ਲੱਗੇਗੀ।
ਤਾਂ ਉਹਦੇ ਲਈ ਮਤਲਬ ਉਹਨੂੰ ਕੌਣ ਰੈਗੂਲੇਟ ਕਰਦਾ, ਐਡਮਿਨਿਸਟ੍ਰੇਟ ਕੌਣ ਕਰਦਾ ਹੈ ਜਿਹੜੀ ਕਸਟਮ ਡਿਊਟੀਜ਼ ਨੇ, ਉਹਨੂੰ CBIC ਹੈਗੀ ਹੈ, ਸੈਂਟਰਲ ਬੋਰਡ ਆਫ ਇਨਡਾਇਰੈਕਟ ਟੈਕਸਿਸ ਐਂਡ ਕਸਟਮਸ। ਜਿਹੜੀ ਇਹ ਆਪਣਾ ਏਜੰਸੀ ਹੈ ਇਹ ਐਡਮਿਨਿਸਟ੍ਰੇਟ ਕਰਦੀ ਹੈ ਇਹਨਾਂ ਨੂੰ। ਮੂਵ ਕਰਦੇ ਹਾਂ 12th ਕੁਐਸਚਨ 'ਤੇ। ਤਾਂ ਕਸਟਮ ਡਿਊਟੀ ਇਜ਼ ਗਵਰਨਡ ਬਾਈ ਵਿਚ ਐਕਟ। ਜਿਹੜੀ ਕਸਟਮ ਡਿਊਟੀ ਹੈ ਕਿਹੜੇ ਐਕਟ ਦੁਆਰਾ ਗਵਰਨ ਕੀਤੀ ਜਾਂਦੀ ਹੈ? ਕਸਟਮ ਐਕਟ 1962। ਯਾਦ ਕਰਨਾ ਪਏਗਾ ਆਪਾਂ ਨੂੰ, ਮਤਲਬ ਵਧੀਆ ਚੀਜ਼ ਹੈ। ਅਤੇ 13th ਕੁਐਸਚਨ, ਵਿਚ ਸੈਕਸ਼ਨ empowers ਸੈਂਟਰਲ ਗੌਰਮੈਂਟ ਟੂ ਮੇਕ ਰੂਲਸ ਫॉर द provisions of customs act 1962। ਸੈਂਟਰਲ ਗੌਰਮੈਂਟ ਨੂੰ ਕਿਹੜਾ ਸੈਕਸ਼ਨ ਹੈ ਜੋ ਪਾਵਰ ਦਿੰਦਾ ਹੈ ਤਾਂ ਕਿ ਉਹ ਰੂਲਸ ਬਣਾ ਸਕੇ ਕਸਟਮਸ ਐਕਟ ਦੇ? ਕਿਹੜਾ ਸੈਕਸ਼ਨ ਆ ਉਹ? ਇੰਪੋਰਟੈਂਟ ਕੁਐਸਚਨ ਹੈ ਅਤੇ ਸੈਕਸ਼ਨ 156 ਹੈ। ਮੂਵ ਕਰਦੇ ਹਾਂ ਆਪਾਂ ਨੈਕਸਟ ਕੁਐਸਚਨ 'ਤੇ। 14th ਕੁਐਸਚਨ ਹੈ, ਕੰਪੋਜੀਸ਼ਨ ਆਫ CBIC ਦੀ ਕੰਪੋਜੀਸ਼ਨ ਦੇ ਵਿੱਚ ਕੀ ਹੁੰਦਾ ਕਿ ਇੱਕ ਚੇਅਰਮੈਨ ਹੁੰਦਾ, 6 ਉਹਦੇ ਮੈਂਬਰ ਹੁੰਦੇ ਆ। 15th ਕੁਐਸਚਨ, ਸਵਿਫਟ ਕੀ ਹੈ? ਸਵਿਫਟ ਦੀ ਫੁੱਲ ਫਾਰਮ ਕੀ ਹੈ? ਫੁੱਲ ਫਾਰਮ ਆਫ ਸਵਿਫਟ ਇਜ਼ ਸਿੰਗਲ ਵਿੰਡੋ ਇੰਟਰਫੇਸ ਫॉर ਫੈਸਿਲੀਟੇਟਿੰਗ ਟਰੇਡ। ਹੁੰਦਾ ਕੀ ਹੈ? ਸਵਿਫਟ ਜੋ ਕਿ ਇੰਪੋਰਟਰ ਹੈ ਜਾਂ ਐਕਸਪੋਰਟਰ ਹੈ ਕੋਈ ਵੀ ਹੈ, ਉਹਨੇ ਜੇ ਆਪਣਾ ਕਲੀਅਰਿੰਗ ਡਾਕੂਮੈਂਟ ਫਾਈਲ ਕਰਨਾ ਆਨਲਾਈਨ, ਉਹਦੇ ਵਾਸਤੇ ਇੱਕ ਵਿੰਡੋ ਹੈ। ਕਲੀਅਰਿੰਗ ਡਾਕੂਮੈਂਟ ਫਾਈਲ ਕਰਨ ਵਾਸਤੇ ਕੋਈ ਚਾਹੇ ਇੰਪੋਰਟਰ ਹੋਵੇ ਚਾਹੇ ਐਕਸਪੋਰਟਰ ਹੋਵੇ, ਕਿਸੇ ਨੇ ਵੀ ਫਾਈਲ ਕਰਨਾ ਤਾਂ ਉਹ ਆਨਲਾਈਨ ਆਪਣਾ ਉਹ ਡਾਕੂਮੈਂਟ ਫਾਈਲ ਕਰ ਸਕਦਾ। ਉਹਦੇ ਲਈ ਸਵਿਫਟ ਆਪਣੀ ਵਿੰਡੋ ਹੈ। ਮੂਵ ਕਰਦੇ ਹਾਂ ਆਪਾਂ 16th ਕੁਐਸਚਨ 'ਤੇ। ਵਾਟ ਇਜ਼ ਟੈਕਸੇਬਲ ਇਵੈਂਟ ਇਨ ਕੇਸ ਆਫ ਇੰਪੋਰਟ? ਮਤਲਬ ਜੇ ਆਪਾਂ ਇੰਪੋਰਟ ਕਰ ਰਹੇ ਹਾਂ ਤਾਂ ਕਿੱਥੇ ਆ ਕੇ ਆਪਣੇ ਏਰੀਏ ਦੇ ਕਿਸ ਏਰੀਏ ਦੇ ਵਿੱਚ ਆ ਕੇ ਉਹ 'ਤੇ ਟੈਕਸ ਪੈ ਜਾਏਗਾ ਜਾਂ ਪੈਣਾ ਸ਼ੁਰੂ ਮਤਲਬ ਪੈ ਜਾਏਗਾ ਐਗਜ਼ੈਕਟਲੀ ਟੂ ਬੀ ਪ੍ਰੀਸਾਈਜ਼। ਤਾਂ ਇਹਦਾ ਆਨਸਰ ਹੈ B, ਜਦੋਂ ਕੋਈ ਵੀ ਗੁੱਡ ਐਂਟਰ ਕਰ ਗਿਆ ਟੈਰੀਟੋਰੀਅਲ ਵਾਟਰ ਦੇ ਵਿੱਚ, ਜਿੱਦਾਂ ਕਿ ਇੰਡੀਆ ਦਾ ਜੋ ਟੈਰੀਟੋਰੀਅਲ ਵਾਟਰ ਹੈ ਉਹਦੇ ਵਿੱਚ ਜਦੋਂ ਐਂਟਰ ਕਰ ਗਿਆ ਉਹ, ਤਾਂ ਉੱਤੇ ਟੈਕਸ ਪੈ ਜਾਏਗਾ, ਉਹ ਟੈਕਸੇਬਲ ਆਈਟਮ ਹੋ ਜਾਏਗੀ। ਤਾਂ ਮੂਵ ਕਰਦੇ ਆਪਾਂ 17th ਕੁਐਸਚਨ। 17th ਕੁਐਸਚਨ ਹੈ ਆਪਣਾ, ਵਿਚ ਡਿਊਟੀ ਇਜ਼ imposed to make the goods comparable with the goods produced in India। ਤਾਂ ਜਿਹੜੇ ਗੁੱਡਸ, ਜਿੱਦਾਂ ਕਿ ਆਪਾਂ ਐਗਜ਼ਾਮਪਲ ਲੈ ਲੈਂਦੇ ਹਾਂ ਬਰੈਡ ਦੀ, ਇੱਦਾਂ ਹੀ ਲੈ ਲੈਂਦੇ ਹਾਂ ਐਗਜ਼ਾਮਪਲ ਇੱਕ, ਕਿ ਬਰੈਡ ਆਪਾਂ ਖੁਦ ਵੀ ਬਣਾਉਂਦੇ ਹਾਂ ਅਤੇ ਆਪਾਂ ਜੇ ਬਰੈਡ ਬਾਹਰੋਂ ਵੀ ਮੰਗਵਾਉਂਦੇ ਹਾਂ ਤਾਂ ਹੋ ਸਕਦਾ ਹੈ ਜਿੱਦਾਂ ਕਿ ਕੋਈ ਕੰਟਰੀ ਆਪਣੇ 'ਤੇ ਬਰੈਡ ਭੇਜੇ, ਸਸਤੀ ਭੇਜ ਦੇ, ਜਿੱਦਾਂ ਕਿ ਆਪਾਂ ਬੰਗਲਾਦੇਸ਼ ਤੋਂ ਜੇ ਬਰੈਡ ਮੰਗਾਈਏ, ਸਪੋਜ਼ ਕਰਦੇ ਹਾਂ ਕਿ ਆਪਾਂ ਨੂੰ 10 ਰੁਪਏ ਦੀ ਬਰੈਡ ਭੇਜ ਦੇ, ਆਪਣੇ ਬਰੈਡ ਮਿਲਦੀ ਹੈ ਜੀ 20 ਰੁਪੀਜ਼ ਦੀ, ਤਾਂ ਆਪਣੀ ਬਰੈਡ ਵਿਕੇਗੀ ਨਹੀਂ। ਆਪਣੀ ਬਰੈਡ ਜੇ ਵਿਕੇਗੀ ਨਹੀਂ, ਬਾਹਰਲੀ ਵਿਕ ਜਾਏਗੀ ਤਾਂ ਉਹ ਵੀ ਪ੍ਰੋਬਲਮ ਹੀ ਹੈ ਇੱਕ ਆਪਣੇ ਕੰਟਰੀ ਲਈ। ਤਾਂ ਉਹਦੇ ਵਿੱਚ ਕੀ ਕਰਨਗੇ, ਉਹਦੇ ਡਿਊਟੀ ਲਾ ਦੇਗੀ ਸਰਕਾਰ, ਉੱਤੇ 10 ਰੁਪਏ ਜਾਂ 12 ਰੁਪਏ ਮਤਲਬ ਜਿੱਦਾਂ ਵੀ ਡਿਊਟੀ ਲਾ ਦੇਗੀ, ਤਾਂ ਕਿ ਉਹਨਾਂ ਨੂੰ ਕੰਪੇਅਰੇਬਲ ਬਣਾਇਆ ਜਾਵੇ ਗੁੱਡਸ ਨੂੰ, ਤਾਂ ਕਿ ਆਪਣੀ ਚੀਜ਼ ਵੀ ਵਿਕੇ। ਤਾਂ ਉਹ ਡਿਊਟੀ ਨੂੰ ਆਪਾਂ ਕੀ ਕਹਾਂਗੇ? ਕਾਊਂਟਰ ਵੇਲਿੰਗ ਡਿਊਟੀ। ਮੂਵ ਕਰਦੇ ਹਾਂ ਨੈਕਸਟ ਕੁਐਸਚਨ ਹੈ ਆਪਣਾ ਕੁਐਸਚਨ ਨੰਬਰ 18th। ਕਸਟਮ ਡਿਊਟੀ ਇਜ਼ ਵਿਚ ਕਾਈਂਡ ਆਫ ਟੈਕਸ? ਜਿਹੜਾ ਕਸਟਮ ਡਿਊਟੀ ਹੈ ਉਹ ਕਿਸ ਤਰ੍ਹਾਂ ਦਾ ਟੈਕਸ ਹੈ? ਆਪਾਂ ਨੂੰ ਪਤਾ ਹੈ ਇਨਡਾਇਰੈਕਟ ਟੈਕਸ ਹੈ। ਇਨਡਾਇਰੈਕਟ ਟੈਕਸ ਕੋਈ ਵੀ ਕਸਟਮ ਡਿਊਟੀ ਹੈ, ਕੁਛ ਵੀ ਆ ਰਿਹਾ ਹੈ, ਕੁਛ ਵੀ ਇੰਪੋਰਟ ਕਰਾਇਆ ਜਿੱਦਾਂ ਕਿ ਆਪਾਂ ਕੋਈ, ਤਾਂ ਉਹਦੇ ਵਿੱਚ ਜਿਹੜਾ ਟੈਕਸ ਲੱਗੇਗਾ ਉਹ ਲੱਗ ਕੇ ਆਏਗਾ ਆਪਾਂ ਨੂੰ ਇੱਦਾਂ ਨਹੀਂ ਹੈ ਕਿ ਆਪਾਂ ਨੂੰ ਸਿੱਧਾ ਟੈਕਸ ਦੇਣਾ ਪਏਗਾ, ਉਹ ਇਨਡਾਇਰੈਕਟ ਟੈਕਸ ਹੈ। ਮੂਵ ਕਰਦੇ ਹਾਂ ਆਪਾਂ ਨੈਕਸਟ ਕੁਐਸਚਨ। ਕਰੰਟ ਚੇਅਰਮੈਨ ਆਫ CBIC ਦਾ ਕਰੰਟ ਚੇਅਰਮੈਨ ਕੌਣ ਹੈ? ਆਪਸ਼ਨ C, ਅਜੀਤ ਕੁਮਾਰ। ਅਜੀਤ ਕੁਮਾਰ ਜੋ ਹੈ ਕਰੰਟ ਚੇਅਰਮੈਨ ਨੇ CBIC ਦੇ। ਤਾਂ ਜਿਹੜਾ CBIC ਹੈ ਆਪਾਂ ਪੜ੍ਹ ਲੈਂਦੇ ਹਾਂ ਕਿ ਫਾਈਨੈਂਸ ਮਿਨਿਸਟਰੀ ਅੰਡਰ ਆਉਂਦਾ ਇਹ, ਫਾਈਨੈਂਸ ਮਿਨਿਸਟਰੀ ਦਾ। ਅਤੇ ਫਾਈਨੈਂਸ ਜਿਹੜਾ ਮਿਨਿਸਟਰੀ ਹੈ ਉਹਦੇ ਕਿਹੜੇ ਡਿਪਾਰਟਮੈਂਟ ਅੰਡਰ ਆਉਂਦਾ ਹੈ? ਇੰਪੋਰਟੈਂਟ ਕੁਐਸਚਨ ਹੈ। ਇਹ ਡਿਪਾਰਟਮੈਂਟ ਆਫ ਰੈਵਨਿਊ ਦੇ ਅੰਡਰ ਆਉਂਦਾ ਹੈ। ਫਾਈਨੈਂਸ ਮਿਨਿਸਟਰੀ ਦੇ ਵੀ ਡਿਪਾਰਟਮੈਂਟ ਹੁੰਦੇ ਆ, ਉਹਦੇ ਡਿਪਾਰਟਮੈਂਟ ਆਫ ਰੈਵਨਿਊ ਅੰਡਰ ਆਉਂਦਾ ਹੈ CBIC। ਤਾਂ ਆਪਣਾ ਨੈਕਸਟ ਕੁਐਸਚਨ ਹੈ HSN। ਜੋ HSN ਨੰਬਰ ਹੈ, ਪਹਿਲਾਂ ਤਾਂ ਆਪਾਂ ਫੁੱਲ ਫਾਰਮ ਦੇਖ ਲੈਂਦੇ ਹਾਂ। HSN ਦੀ ਫੁੱਲ ਫਾਰਮ ਹੈ ਹਾਰਮੋਨਾਈਜ਼ਡ
ਸਿਸਟਮ ਆਫ ਨੋਮਨਕਲੇਚਰ ਕਲਚਰ ਨਹੀਂ, ਮੈਂ ਗਲਤ ਪੜ੍ਹਦਾ ਸੀ ਪਹਿਲਾਂ ਇਹਨੂੰ, ਮੈਂ ਹੁਣੀ ਕਰੈਕਟ ਕੀਤਾ ਆਪਣੇ ਆਪ ਨੂੰ। ਹਾਰਮੋਨਾਈਜ਼ਡ ਸਿਸਟਮ ਆਫ ਨੋਮਨਕਲੇਚਰ ਜੋ ਹੈ ਉਹ HSN ਦੀ ਫੁੱਲ ਫਾਰਮ ਹੈ। ਹੁੰਦਾ ਕੀ ਹੈ HSN? HSN ਜੋ ਹੈ ਇੱਕ 6 ਡਿਜਿਟ ਯੂਨੀਫਾਰਮ ਕੋਡ ਹੁੰਦਾ ਜਿਹਦੇ ਨਾਲ ਆਪਾਂ ਪ੍ਰੋਡਕਟ ਡਿਫਾਈਨ ਕਰਦੇ ਹਾਂ ਕਿ ਆਪਾਂ ਕੋਈ ਵੀ ਪ੍ਰੋਡਕਟ ਹੈ, ਜਿੱਦਾਂ ਕਿ ਤੁਸੀਂ ਕੋਈ ਵੀ ਐਗਜ਼ਾਮਪਲ ਲੈ ਲੈਂਦੇ ਹਾਂ ਕਿ ਕੋਈ ਟੀ-ਸ਼ਰਟ ਹੈ ਪਰਟੀਕੂਲਰ ਇੱਦਾਂ ਹੁੰਦਾ ਨਹੀਂ, ਵੈਸੇ ਹੀ ਤੁਹਾਨੂੰ ਦੱਸ ਰਿਹਾ ਕਿ ਉਹਦੇ ਉੱਤੇ ਉਹਨੂੰ ਆਪਾਂ ਉਹਦੇ ਉੱਤੇ ਕੋਡ ਦੇ ਦਾਂਗੇ ਉਹਨੂੰ ਇੱਕ 6 ਡਿਜਿਟ ਦਾ ਉਹਨੂੰ ਉਹ ਆਪਾਂ ਕਹਾਂਗੇ HSN। ਅਤੇ ਜਿਹੜਾ HSN ਹੈ ਉਹ ਵਰਲਡ ਵਾਈਡ ਅਸੈਪਟਡ ਹੈ ਕਿ ਆਪਾਂ ਜਿਹੜਾ ਕੋਡ ਉਰੇ ਦੇਤਾ ਉਹ ਹਰ ਜਗ੍ਹਾ ਉਹੀ ਕੋਡ ਹੋਏਗਾ ਉਸ ਚੀਜ਼ ਦਾ, ਪਰਟੀਕੂਲਰ ਗੁੱਡ ਦਾ, ਪਰਟੀਕੂਲਰ ਪ੍ਰੋਡਕਟ ਦਾ। ਤਾਂ ਇਹਨੇ ਜਿਹੜਾ ਹੈਗਾ ਵਰਲਡਸ ਕਸਟਮਸ ਔਰਗਨਾਈਜੇਸ਼ਨ ਨੇ ਦਿੱਤਾ ਸੀ ਪਹਿਲੀ ਵਾਰ ਜਿਹੜਾ HSN ਵਾਲਾ ਸਿਸਟਮ ਸੀ। ਅਤੇ ਇਹ ਜਿਹੜਾ ਫਸਟ ਇਫੈਕਟ ਦੇ ਵਿੱਚ ਆਇਆ ਸੀ 1988 ਦੇ ਵਿੱਚ ਆਇਆ ਸੀ। ਮੂਵ ਕਰਦੇ ਹਾਂ, ਨੈਕਸਟ ਕੁਐਸਚਨ ਇਜ਼, ਮੈਂ ਸਿੱਧਾ ਹੀ ਲਿਖਤਾ ਹੋਇਆ ਇਹ ਸਮਝਾਉਣ ਲਈ, ਕੁਝ ਚੀਜ਼ਾਂ ਇੱਦਾਂ MCQ ਫਾਰਮ ਦੇ ਵਿੱਚ ਸਮਝਾਈਆਂ ਨਹੀਂ ਜਾ ਸਕਦੀਆਂ ਸੀ ਪਰ ਇੰਪੋਰਟੈਂਟ ਸੀ ਤਾਂ ਮੈਂ ਇੱਦਾਂ ਹੀ ਲਿਖ ਲਈਆਂ। ਤਾਂ 22 ਆਪਣਾ ਹੈਗਾ ਕੁਐਸਚਨ, ਵਾਟ ਇਜ਼ ਕਸਟਮ ਡਿਊਟੀ? ਕਸਟਮ ਡਿਊਟੀ ਕੀ ਹੈ ਕਿ ਜਿਹੜੀ ਕਿ ਇੰਪੋਰਟ 'ਤੇ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਲੱਗਦੀ ਹੈ ਗੁੱਡਸ ਉਹਨਾਂ 'ਤੇ, ਜਿੱਦਾਂ ਕਿ ਟੋਬੈਕੋ ਹੋ ਗਈ, ਐਲਕੋਹਲ ਵਗੈਰਾ ਹੋ ਗਈ, ਉਹਨਾਂ 'ਤੇ ਲੱਗਦੀ ਹੈ ਉਹਨਾਂ ਦੇ ਪ੍ਰਾਈਸ ਵਧਾਉਣ ਲਈ। ਠੀਕ ਹੈ, ਇਹ ਤਾਂ ਕੁਛ ਚੀਜ਼ਾਂ ਇੱਦਾਂ ਦੀਆਂ ਜੋ ਕਿ ਹੈਲਥ ਲਈ ਨਹੀਂ ਸਹੀ, ਤਾਂ ਇਹਨਾਂ 'ਤੇ ਤਾਂ ਵੈਸੇ ਹੀ ਜ਼ਿਆਦਾ ਲੱਗਦੀ ਹੈ ਡਿਊਟੀ। ਤਾਂ ਮੂਵ ਕਰਦੇ ਹਾਂ, ਇੱਕ ਆਪਾਂ ਪੜ੍ਹਦੇ ਹਾਂ ਕਿ ਵਾਟ ਇਜ਼ ਕਸਟਮ ਟੈਰਿਫ। ਟੈਰਿਫ ਜੋ ਹੈ ਉਹ ਲਾਇਆ ਜਾਂਦਾ ਹੈ ਇੰਪੋਰਟ ਅਤੇ ਐਕਸਪੋਰਟ ਦੋਨਾਂ 'ਤੇ। ਇਹਦਾ ਮੇਨ ਫੰਕਸ਼ਨ ਕੀ ਹੁੰਦਾ ਹੈ? ਇਹਦਾ ਮੇਨ ਫੰਕਸ਼ਨ ਹੈ ਕਿ ਇਹ ਪ੍ਰੋਟੈਕਟ ਕਰਦਾ ਲੋਕਲ ਇਕੋਨਮੀ ਨੂੰ ਬਾਏ ਮੇਕਿੰਗ ਇੰਪੋਰਟਡ ਗੁੱਡਸ ਮੋਰ ਐਕਸਪੈਂਸਿਵ ਕੰਪੇਅਰਡ ਟੂ ਡੋਮੈਸਟਿਕ ਪ੍ਰੋਡਕਟਸ। ਜਿੱਦਾਂ ਆਪਾਂ ਐਗਜ਼ਾਮਪਲ ਲੈ ਲੈਂਦੇ ਹਾਂ ਤੁਹਾਡੇ ਸਭ ਦੇ ਫੇਵਰੇਟ ਬੁਲਟ ਦੀ, ਜਿੱਦਾਂ ਕਿ ਮੈਨੂੰ ਪਤਾ ਨਹੀਂ ਵੈਸੇ ਕੀ ਰੇਟ ਹੈ ਜਾਂ ਕੀ ਕੋਸਟ ਚੱਲ ਰਹੀ ਹੈ ਅੱਜ ਉਹਦੀ, ਪਰ ਜਿੱਦਾਂ ਆਪਾਂ ਲਾ ਲੈਂਦੇ ਹਾਂ ਕਿ 2 ਲੱਖ ਦਾ ਹੈ ਸਪੋਜ਼ ਕਰ ਲੈਂਦੇ ਆਪਾਂ। ਅਤੇ ਇੱਕ ਕੰਪਨੀ ਹੈ ਬਾਹਰਲੀ, ਜਿੱਦਾਂ ਕਿ ਆਪਾਂ ਲਾ ਲੈਂਦੇ ਹਾਂ ਹਾਰਲੇ ਜੋ ਹੈ ਉਹਦੇ ਪ੍ਰੋਡਕਟ 'ਤੇ 100% ਦੀ ਡਿਊਟੀ ਲੱਗਦੀ ਹੈ, 100%। ਮਤਲਬ ਜੇ ਉਹ 4 ਦਾ ਹੈ ਤਾਂ 2 ਦਾ ਉਹ ਆਇਆ 2 ਲੱਖ ਉਹਦੇ ਟੈਕਸ ਲੱਗੇ, ਤਾਂ ਉਹਦਾ ਆਪਾਂ ਰੇਟ ਵਧਾਤਾ ਹੋਇਆ। ਮਤਲਬ ਜੇ ਉਹ 2 ਦਾ ਮਿਲਣ ਲੱਗ ਜੇ ਤਾਂ ਉਹ ਕੁਆਲਿਟੀ ਉਹਦੀ ਕਿਤੇ ਵਧੀਆ ਤਾਂ ਲੋਕ ਉਹ ਪ੍ਰੈਫਰ ਕਰਨਗੇ, ਪਰ ਆਪਣੀ ਚੀਜ਼ ਵਿਕੇ ਆਪਣੀ ਮਾਰਕੀਟ ਦੇ ਵਿੱਚ ਤਾਂ ਆਪਾਂ ਕੀ ਕਰਦੇ ਹਾਂ, ਉਹ 'ਤੇ ਟੈਰਿਫ ਇੰਪੋਜ਼ ਕਰ ਦਿੰਦੇ ਹਾਂ। ਟੈਰਿਫ ਇੰਪੋਜ਼ ਕੀਤਾ, ਉਹਦਾ ਰੇਟ ਵਧਿਆ ਤਾਂ ਆਪਣੀ ਚੀਜ਼ ਵਿਕੇਗੀ, ਲੋਕਲ ਜਿਹੜੀ ਡੋਮੈਸਟਿਕ ਪ੍ਰੋਡਕਸ਼ਨ ਦੀ ਚੀਜ਼ ਹੈ ਉਹ ਵਿਕੇ, ਆਪਾਂ ਉਹੀ ਚਾਹੁੰਦੇ ਹਾਂ, ਉਹਨੂੰ ਟੈਰਿਫ ਕਹਿੰਦੇ ਹਾਂ। ਮੂਵ ਕਰਦੇ ਹਾਂ ਨੈਕਸਟ ਕੁਐਸਚਨ 'ਤੇ। 24 ਨੰਬਰ ਕੁਐਸਚਨ ਹੈ ਆਪਣਾ ਕਿ ਵਿਚ ਆਫ ਦਾ ਫੋਲੋਇੰਗ ਸਟੇਟਮੈਂਟਸ ਆਰ ਟਰੂ। ਤਾਂ ਮੈਂਬਰ ਆਫ ਨੀਤੀ ਆਯੋਗ ਵਿਲ ਬੀ ਆਫ ਰੈਂਕ ਐਂਡ ਸਟੇਟਸ ਆਫ ਮਿਨਿਸਟਰ ਆਫ ਸਟੇਟ ਆਫ ਸੈਂਟਰ। ਤਾਂ ਸੈਂਟਰ ਦੇ ਵਿੱਚ ਇੱਕ ਤਾਂ ਹੁੰਦੇ ਆ ਆਪਣੇ ਕੈਬਨਿਟ ਮਿਨਿਸਟਰ, ਉਹਦੇ ਥੱਲੇ ਹੁੰਦੇ ਆ ਮਿਨਿਸਟਰ ਆਫ ਸਟੇਟ। ਜਿੱਦਾਂ ਆਪਣੇ ਪਹਿਲਾਂ ਹੈਗੇ ਸੀ, ਜਿੱਦਾਂ ਨਿਰਮਲਾ ਸੀਤਾਰਮਨ ਜੋ ਹੈ ਆਪਣੇ ਫਾਈਨੈਂਸ ਮਿਨਿਸਟਰ ਹੈ, ਅਤੇ ਪਹਿਲਾਂ ਹੁਣ ਤਾਂ ਕੈਬਨਿਟ ਜਿੱਦਾਂ ਰੀਸ਼ਫਲ ਹੋਈ ਹੈ, ਉਦੋਂ ਪਹਿਲਾਂ ਜਿਹੜੇ ਆਪਣੇ ਅਨੁਰਾਗ ਠਾਕੁਰ ਸੀ ਉਹ ਮਿਨਿਸਟਰ ਆਫ ਸਟੇਟ ਸੀ ਫਾਈਨੈਂਸ ਮਿਨਿਸਟਰੀ ਦੇ। ਠੀਕ ਹੈ, ਤਾਂ ਉਹ ਜਿਹੜੇ ਮੈਂਬਰ ਆਫ ਨੀਤੀ ਆਯੋਗ ਹੈ ਉਹਨਾਂ ਨੂੰ ਕਾਹਦਾ ਰੈਂਕ ਮਿਲਦਾ? ਮਿਨਿਸਟਰ ਆਫ ਸਟੇਟ ਦਾ। ਸਹੀ ਹੈ, ਬਿਲਕੁਲ ਸਹੀ ਹੈ, ਮਿਲਦਾ ਹੈ ਜੀ। ਵਾਈਸ ਚੇਅਰਮੈਨ ਆਫ ਨੀਤੀ ਆਯੋਗ, ਜੋ ਵਾਈਸ ਚੇਅਰਮੈਨ ਹੁੰਦਾ ਹੈ ਨੀਤੀ ਆਯੋਗ ਦਾ, ਉਹਨੂੰ ਕੈਬਨਿਟ ਮਿਨਿਸਟਰ ਦੇ ਬਰਾਬਰ ਦਾ ਰੈਂਕ ਮਿਲਦਾ। ਹਾਂਜੀ, ਇਹ ਵੀ ਸਹੀ ਹੈ, ਦੋਨੇ ਸਹੀ ਹੈ। ਮੂਵ ਕਰਦੇ ਹਾਂ ਨੈਕਸਟ ਕੁਐਸਚਨ 'ਤੇ। ਐਕਸਾਈਜ਼ ਡਿਊਟੀ ਕਿਤੇ ਬਣਦੀ ਹੈ? ਐਕਸਾਈਜ਼ ਡਿਊਟੀ ਕਿਤੇ ਲੱਗਦੀ ਹੈ, ਬਣਦੀ ਨਹੀਂ, ਸੌਰੀ। ਐਕਸਾਈਜ਼ ਡਿਊਟੀ ਇਜ਼ ਲੈਵਡ ਔਨ ਗੁੱਡਸ ਜਿਹੜੀ ਇੰਡੀਆ ਦੇ ਵਿੱਚ ਪ੍ਰੋਡਿਊਸ ਹੁੰਦੀਆਂ ਨੇ ਉਹਨਾਂ 'ਤੇ ਲੱਗਦੀ ਹੈ। ਮੂਵ ਕਰਦੇ ਹਾਂ ਨੈਕਸਟ ਕੁਐਸਚਨ 'ਤੇ। ਫੁੱਲ ਫਾਰਮ ਆਫ ਕੈਨਵੈਟ ਦੀ ਫੁੱਲ ਫਾਰਮ ਕੀ ਹੈ? ਸੈਂਟਰਲ ਵੈਲਿਊ ਐਡਡ ਟੈਕਸ ਇਹਦੀ ਫੁੱਲ ਫਾਰਮ ਹੈ। ਨੈਕਸਟ ਕੁਐਸਚਨ ਆ ਆਪਣਾ 27। ਐਕਸਾਈਜ਼ ਡਿਊਟੀ ਇਜ਼ ਐਪਲੀਕੇਬਲ ਔਨ ਵਿਚ ਆਫ ਦਾ ਫੋਲੋਇੰਗ ਪ੍ਰੋਡਕਟ। ਇਹਨਾਂ ਦੇ ਵਿੱਚੋਂ ਕਿਹੜਾ ਪ੍ਰੋਡਕਟ 'ਤੇ ਐਕਸਾਈਜ਼ ਡਿਊਟੀ ਲੱਗਦੀ ਹੈ? ਤਾਂ ਪੈਟਰੋਲ 'ਤੇ ਲੱਗਦੀ ਹੈ ਐਕਸਾਈਜ਼ ਡਿਊਟੀ, ਡੀਜ਼ਲ 'ਤੇ ਲੱਗਦੀ ਹੈ, ਲਿਕਰ 'ਤੇ ਲੱਗਦੀ ਹੈ। ਇਹਨਾਂ ਚੀਜ਼ਾਂ 'ਤੇ ਐਕਸਾਈਜ਼ ਡਿਊਟੀ ਲੱਗਦੀ ਹੈ। ਇਹ GST ਅੰਡਰ ਨਹੀਂ ਆਉਂਦੇ,
ਇਹਨਾਂ 'ਤੇ ਸਰਕਾਰ ਅੱਡ ਤੋਂ ਟੈਕਸ ਲਾਉਂਦੀ ਹੈ, ਬਹੁਤ ਜ਼ਿਆਦਾ ਟੈਕਸ ਲਾਉਂਦੀ ਹੈ। ਜਿਨ੍ਹਾਂ ਨੂੰ GST ਅੰਡਰ ਪਾਤਾ ਹੋਇਆ ਤਾਂ ਇਹਨਾਂ ਦਾ ਰੇਟ ਬਹੁਤ ਹੀ ਗਿਰ ਜਾਏਗਾ, ਅਤੇ ਇਹਨਾਂ 'ਤੇ ਅੱਡ 'ਤੇ ਡਿਊਟੀ ਲੱਗਦੀ ਹੈ। ਸੈਂਟਰ ਦੀ ਵੀ ਐਕਸਾਈਜ਼ ਡਿਊਟੀ ਲੱਗਦੀ ਹੈ, ਸਟੇਟ ਦੀ ਵੀ ਅੱਡ ਤੋਂ ਲੱਗਦੀ ਹੈ। ਆਪਣਾ ਨੈਕਸਟ ਕੁਐਸਚਨ ਹੈ ਕਿ ਜੋ ਟੈਕਸ ਹੈ ਉਹ ਇਜ਼ ਬਰੋਡਲੀ ਕਲਾਸੀਫਾਈਡ ਇਨਟੂ ਹਾਊ ਮੈਨੀ ਟਾਈਪਸ। ਤਾਂ ਜਿਹੜਾ ਟੈਕਸ ਹੈ ਉਹ 2 ਟਾਈਪਸ 'ਚ ਕਲਾਸੀਫਾਈ ਕੀਤਾ ਜਾਂਦਾ ਹੈ, ਡਾਇਰੈਕਟ ਟੈਕਸ ਐਂਡ ਇਨਡਾਇਰੈਕਟ ਟੈਕਸ। 2 ਹੀ ਟਾਈਪ ਦੇ ਟੈਕਸ ਹੈ। The next question is 29. Which of the following is not indirect tax? ਤਾਂ ਇਹਨਾਂ ਵਿੱਚੋਂ ਕਿਹੜਾ ਇਨਡਾਇਰੈਕਟ ਟੈਕਸ ਨਹੀਂ ਹੈ? ਤਾਂ ਇਨਕਮ ਟੈਕਸ ਹੈ। ਇਨਕਮ ਟੈਕਸ ਇਨਡਾਇਰੈਕਟ ਟੈਕਸ ਨਹੀਂ ਹੈ। ਜਿੱਦਾਂ ਇਨਕਮ ਟੈਕਸ ਜੇ ਆਪਾਂ ਨੂੰ ਇਨਕਮ ਹੋ ਰਹੀ ਹੈ ਤਾਂ ਆਪਾਂ ਸਿੱਧਾ ਟੈਕਸ ਪੇ ਕਰਾਂਗੇ, ਜੋ ਕਿ ਆਪਾਂ ਫਾਈਲ ਕਰਦੇ ਹਾਂ ਆਪਣੀ, ਅਤੇ ਫਾਈਲ 'ਤੇ। ਪਰ ਜਿਹੜਾ ਗੁਡਸ ਐਂਡ ਸਰਵਿਸਿਜ਼ GST ਵਗੈਰਾ ਟੈਕਸ ਹੈ ਜਾਂ ਸਰਵਿਸ ਟੈਕਸ ਹੈ, ਉਹ ਇਹ ਇਨਡਾਇਰੈਕਟ ਟੈਕਸ ਹੈ। ਆਪਾਂ ਕੋਈ ਚੀਜ਼ ਲੈਂਦੇ ਹਾਂ, ਜਿੱਦਾਂ ਕਿ ਆਪਾਂ ਕੋਈ ਪੈਕਟ ਲਿਆ ਕੁਛ ਵੀ ਖਾਣ ਦਾ, ਚਿਪਸ ਵਗੈਰਾ, ਤਾਂ ਆਪਾਂ ਤਾਂ ਉਹ ਚੀਜ਼ ਸਿੱਧਾ ਲੈ ਲਈ ਹੋਈ, ਪਰ ਉਹਦੇ ਪਿੱਛੇ ਜਿਹੜਾ ਟੈਕਸ ਜੁੜਦਾ ਆ ਰਿਹਾ ਉਹ 10 ਰੁਪਏ ਦੇ ਵਿੱਚ ਇਨਵੋਲਵ ਹੈ, 10 ਰੁਪੀਜ਼ ਦੇ ਵਿੱਚ ਉਹਦੀ ਜੋ ਟੈਕਸ ਹੈ ਇਨਵੋਲਵ ਹੈ, ਤਾਂ ਆਪਾਂ ਇਨਡਾਇਰੈਕਟਲੀ ਉਹ ਟੈਕਸ ਪੇ ਕਰਤਾ, ਤਾਂ ਉਹ ਇਨਡਾਇਰੈਕਟ ਟੈਕਸ ਹੈ। ਮੂਵ ਕਰਦੇ ਹਾਂ। ਨੈਕਸਟ ਕੁਐਸਚਨ ਇਜ਼ ਐਕਸਾਈਜ਼ ਡਿਊਟੀ ਇਜ਼ ਲੈਵਿਡ। ਇਹ ਸੇਮ ਹੀ ਕੁਐਸਚਨ ਮੈਨੂੰ ਲੱਗਦਾ ਰਿਪੀਟ ਹੋ ਗਿਆ। ਨੈਕਸਟ ਕੁਐਸਚਨ ਹੈ 31. ਦ ਰੇਟਸ ਆਫ ਸੈਂਟਰਲ ਐਕਸਾਈਜ਼ ਡਿਊਟੀ ਆਰ ਡਿਫਾਈਨਡ ਬਾਏ। ਕਿਹੜੇ ਐਕਟ ਦੇ ਵਿੱਚ ਡਿਫਾਈਨ ਕੀਤਾ ਗਿਆ? ਸੈਂਟਰਲ ਐਕਸਾਈਜ਼ ਟੈਰਿਫ ਐਕਟ 1985 ਦੇ ਵਿੱਚ ਡਿਫਾਈਨ ਕੀਤੇ ਗਏ ਨੇ ਰੇਟਸ ਐਕਸਾਈਜ਼ ਡਿਊਟੀ ਦੇ ਸੈਂਟਰਲ। 32nd ਕੁਐਸਚਨ ਹੈ ਆਪਣਾ, ਸੈਂਟਰਲ ਐਕਸਾਈਜ਼ ਡਿਊਟੀ ਇਜ਼ ਰਿਪਲੇਸਡ ਬਾਈ ਵਿਚ ਐਕਟ। ਜਿਹੜੀ ਸੈਂਟਰਲ ਦੀ ਜਿਹੜੀ ਆਪਣੀ ਐਕਸਾਈਜ਼ ਡਿਊਟੀ ਲੱਗਦੀ ਸੀ ਉਹਨੂੰ ਕਿਹੜੇ ਟੈਕਸ ਨੇ? GST ਨੇ ਰਿਪਲੇਸ ਕਰਤਾ ਉਹਨੂੰ। ਐਂਡ 33rd ਕੁਐਸਚਨ ਇਜ਼ ਕਿ GST ਕਿਹੜੇ ਐਕਟ, ਕਿਹੜੀ ਅਮੈਂਡਮੈਂਟ ਸੀ ਆਪਣੀ? 101st ਅਮੈਂਡਮੈਂਟ ਸੀ ਆਪਣੀ GST। ਐਂਡ GST ਦੀ ਕਿੰਨੀਆਂ ਸਲੈਬਾਂ ਹੈ? GST ਦੀ ਆਪਣੀ 4 ਸਲੈਬਸ ਨੇ, 5%, 12%, 18% ਅਤੇ 28%। 4 ਸਲੈਬਸ ਨੇ GST ਦੀਆਂ। ਮੂਵ ਕਰਦੇ ਹਾਂ। ਜਿਹੜੀ GST ਕਾਊਂਸਿਲ ਹੈ ਕਮਜ਼ ਅੰਡਰ ਵਿਚ ਆਰਟੀਕਲ? ਕਿਹੜੇ ਆਰਟੀਕਲ ਅੰਡਰ ਆਉਂਦੀ ਹੈ? ਵਧੀਆ ਕੁਐਸਚਨ ਹੈ। 279th A ਆਰਟੀਕਲ, ਜਿਹੜਾ ਇਹਦਾ ਸਬ ਪਾਰਟ ਆ ਉਹ ਇਹ ਹੈ। ਇਹ ਵੀ ਚੀਜ਼ ਨੋਟ ਕਰ ਲਿਓ, ਕਨਫਿਊਜ਼ ਹੋ ਜਾਂਦਾ ਬੰਦਾ, ਜੋ ਐਗਜ਼ਾਮੀਨਰ ਇੱਦਾਂ ਦੀ ਆਪਸ਼ਨ ਪਾ ਦਿੰਦਾ ਨਾ A B, ਤਾਂ ਕਨਫਿਊਜ਼ ਨਹੀਂ ਹੋਣਾ, ਦੇਖਣਾ ਹੈ ਚੀਜ਼ ਨੂੰ ਧਿਆਨ ਨਾਲ, ਅਤੇ ਧਿਆਨ ਨਾਲ ਹੀ ਯਾਦ ਰੱਖਣਾ ਆਪਾਂ। ਤਾਂ ਮੂਵ ਕਰਦੇ ਹਾਂ ਆਪਾਂ। ਨੈਕਸਟ ਕੁਐਸਚਨ ਇਜ਼ 36th ਕੁਐਸਚਨ, ਨੋਨ ਪੇਮੈਂਟ ਆਫ ਐਕਸਾਈਜ਼ ਡਿਊਟੀ ਲੀਡ ਟੂ ਅ ਪੈਨਲਟੀ ਆਫ। ਤਾਂ ਜੇ ਆਪਾਂ ਐਕਸਾਈਜ਼ ਡਿਊਟੀ ਪੇ ਨਹੀਂ ਕਰਾਂਗੇ ਤਾਂ ਉਹਦੀ ਕਿੰਨੀ 20 to 25% ਜਿਹੜੇ ਕਿ ਪੈਨਲਟੀ ਲੱਗ ਸਕਦੀ ਆਪਾਂ ਨੂੰ। ਮੂਵ ਕਰਦੇ ਹਾਂ। ਨੈਕਸਟ ਕੁਐਸਚਨ ਇਜ਼ GST ਸਟਰਕਚਰ। GST ਜੋ ਕਿ ਆਪਣਾ ਹੈਗਾ ਹੈ ਟੈਕਸ ਇਜ਼ ਬੇਸਡ ਔਨ ਹਾਊ ਮੈਨੀ ਸਟਰਕਚਰਸ। ਕਿੰਨੇ ਸਟਰਕਚਰ 'ਤੇ ਬੇਸ ਹੈ? 4 ਸਟਰਕਚਰਸ 'ਤੇ ਬੇਸ ਹੈ। 4 ਸਟਰਕਚਰ ਕਿਹੜੇ ਕਿਹੜੇ ਆ ਦੇਖ ਲੈਂਦੇ ਹਾਂ ਆਪਾਂ। ਸਟੇਟ GST, ਸੈਂਟਰ GST, ਇੰਟੀਗ੍ਰੇਟਡ GST ਜੋ ਕਿ ਦੋਨਾਂ ਦਾ ਹੁੰਦਾ, ਅਤੇ ਯੂਨੀਅਨ ਟੈਰੀਟਰੀ ਵਾਲਾ GST UT GST। 4 ਨੇ। 38th ਕੁਐਸਚਨ, ਥ੍ਰੈਸ਼ਹੋਲਡ ਲਿਮਿਟ ਫॉर ਰਿਕੁਆਇਰਮੈਂਟ ਆਫ ਰਜਿਸਟ੍ਰੇਸ਼ਨ ਅੰਡਰ GST। ਤਾਂ ਜੇ GST ਅੰਡਰ ਰਜਿਸਟਰ ਹੋਣਾ ਹੈ ਤਾਂ ਉਹਦੀ ਲਿਮਿਟ ਕਿੰਨੀ ਹੈ, ਰਿਕੁਆਇਰਮੈਂਟ ਕਿੰਨੀ ਹੈ ਲਿਮਿਟ? ਤਾਂ ਉਹਦੀ ਜਿਹੜੀ ਤਾਂ ਹੈਗੀ ਹੈ ਸਪੈਸ਼ਲ ਸਟੇਟਸ, ਜਿੱਦਾਂ ਕਿ ਨਾਰਥ ਈਸਟ ਵਾਲੀ ਸਪੈਸ਼ਲ ਸਟੇਟਸ ਆ ਜਾਂਦੀਆਂ ਕੁਛ, ਉਹਦੇ ਲਈ ਹੈਗੀ ਹੈ 10 ਲੱਖ। ਅਤੇ ਆਪਣਾ ਸਰਵਿਸ ਕੈਟਾਗਰੀ ਵਿੱਚ, ਸਰਵਿਸ ਜਿਹੜੀ ਕਿ ਬੈਂਕਿੰਗ ਜਾਂ ਫਾਈਨੈਂਸ ਜਾਂ ਇੱਦਾਂ ਦੀ ਕੋਈ ਵੀ ਸਰਵਿਸ ਕੈਟਾਗਰੀ ਹੈ, ਉਹਦੇ ਵਿੱਚ ਹੈਗੀ ਆ ਆਪਣੀ 20 ਲੱਖ। ਸਹੀ ਹੈ ਬਿਲਕੁਲ। ਅਤੇ ਬਾਕੀਆਂ ਲਈ ਹੈਗੀ ਹੈ 40 ਲੱਖ। ਤਾਂ ਇਹਦਾ ਆਨਸਰ ਹੈ ਆਲ ਆਫ ਦੀਜ਼। ਮੂਵ ਕਰਦੇ ਹਾਂ ਨੈਕਸਟ ਕੁਐਸਚਨ
39th क्वेश्चन है अपना विच सेक्शन ऑफ कस्टम्स एक्ट 1962 डील्स विद पावर टू ग्रांट एग्जम्पशन फॉर ड्यूटी। ਕਿਹੜਾ ਸੈਕਸ਼ਨ ਹੈ ਜੋ ਕਿ ਪਾਵਰ ਗ੍ਰਾਂਟ ਕਰਦਾ ਹੈ ਜਿਹੜਾ ਕਿ ਡਿਊਟੀ ਐਗਜ਼ੈਂਪਟ ਕਰਦੀ ਹੈ, ਜਿਹੜੇ ਸੈਕਸ਼ਨ ਦੇ ਵਿੱਚ ਲਿਖਿਆ ਹੋਇਆ। ਤਾਂ ਸੈਕਸ਼ਨ ਹੈ 25। ਆ ਜਿਹੜੇ ਬਾਕੀ ਸੈਕਸ਼ਨ ਲਿਖੇ ਹੋਇਆ ਵੀ ਕਾਫੀ ਇੰਪੋਰਟੈਂਟ ਸੈਕਸ਼ਨ ਹੈ, ਮੈਂ ਤੁਹਾਨੂੰ ਕਰਾਉਣਾ ਹੈ ਅੱਗੇ। ਤਾਂ ਸੈਕਸ਼ਨ 8 ਦੇ ਵਿੱਚ ਕੀ ਡਿਫਾਈਨ ਕੀਤਾ ਗਿਆ ਹੈ ਕਿ ਲੈਂਡਿੰਗ ਪਲੇਸਿਸ ਡਿਫਾਈਨ ਕੀਤੀਆਂ ਗਈਆਂ, ਲਿਮਿਟ ਦੱਸੀ ਗਈ ਹੈ ਕਸਟਮ ਏਰੀਆ ਦੀ, ਜਿਹੜਾ ਕਿ ਜਿਸ ਏਰੀਏ ਦੇ ਵਿੱਚ ਆ ਗਿਆ ਤਾਂ ਉਹ 'ਤੇ ਕਸਟਮ ਐਕਟ ਲੱਗ ਜਾਏਗਾ ਜਦੋਂ ਐਂਟਰ ਕਰ ਗਈ ਗੁੱਡਸ ਵਗੈਰਾ ਜਿਹੜੀ ਹੈਗੀਆਂ ਆਪਣੀਆਂ। ਤੋ ਸੈਕਸ਼ਨ ਹੈਗਾ ਆਪਣਾ 16 ਡੇਟ ਫॉर ਡਿਟਰਮਾਈਨਿੰਗ ਆਫ ਰੇਟ ਆਫ ਡਿਊਟੀ ਐਂਡ ਟੈਰਿਫ ਵੈਲਿਊਏਸ਼ਨ ਆਫ ਐਕਸਪੋਰਟ ਗੁੱਡ। ਇਹ ਕੀ ਹੈ, ਡੇਟ ਦੱਸਦਾ ਹੈ ਕਦੋਂ ਤੋਂ 'ਤੇ ਡਿਊਟੀ ਲੱਗ ਜਾਏਗੀ ਜੇ ਕੋਈ ਗੁੱਡ ਐਂਟਰ ਕਰ ਗਈ ਹੋਈ ਜਾਂ ਭੇਜਣੀ ਆਪਾਂ, ਅਤੇ ਟੈਰਿਫ ਵੈਲਿਊਏਸ਼ਨ ਦੱਸਦਾ ਕਿ ਕਿੰਨੀ ਲੱਗੇਗੀ। ਸੈਕਸ਼ਨ 22 ਜਿਹੜਾ ਹੈਗਾ ਆਪਣਾ ਇਹ ਹੈਗਾ ਅਬੇਟਮੈਂਟ ਆਫ ਡਿਊਟੀ ਔਨ ਡੈਮੇਜਡ ਔਰ ਡੈਟੀਰੀਓਰੇਟਿਡ ਗੁੱਡਸ। ਬੋਲਣ 'ਚ ਕਈ ਵਾਰ ਦਿੱਕਤ ਹੋ ਜਾਂਦੀ, ਸੌਰੀ ਉਹਦੇ ਲਈ। ਅਤੇ ਅਬੇਟਮੈਂਟ ਹੁੰਦਾ ਆਪਣਾ ਕਿ ਖ਼ਤਮ ਕਰਨਾ ਡਿਊਟੀ ਜਾਂ ਸਬਸਿਡਾਈਜ਼ ਕਰਨਾ, ਕਿ ਘਟਾ ਦੇਣਾ ਟੈਕਸ ਉੱਤੇ। ਕਿਹਦੇ ਉੱਤੇ ਘਟਾ ਦੇਣਾ, ਜਿਹੜੀ ਕਿ ਗੁੱਡਸ ਵਗੈਰਾ ਆਪਣੀ ਡੈਮੇਜ ਹੋ ਚੁੱਕੀਆਂ ਜਾਂ ਡਿਟੀਰੀਓਰੇਟ ਹੋ ਚੁੱਕੀਆਂ, ਖਰਾਬ ਹੋ ਚੁੱਕੀਆਂ ਜਾਂ ਜਮੀ ਡੈਮੇਜ ਹੋ ਚੁੱਕੀਆਂ, ਉਹਦੇ ਉੱਪਰ। ਮੂਵ ਕਰਦੇ ਹਾਂ ਨੈਕਸਟ ਕੁਐਸਚਨ ਆਪਣਾ, ਕੁਐਸਚਨ ਨੰਬਰ 40th ਵਿਚ ਐਕਟ ਆਫ ਕਸਟਮਸ ਐਕਟ 1962 ਡੀਲਸ ਵਿਦ ਓਨਰਸ ਰਾਈਟ ਟੂ ਡੀਲ ਵਿਦ ਵੇਅਰ ਹਾਊਸਡ ਗੁੱਡਸ। ਜਿਹੜੇ ਵੇਅਰ ਹਾਊਸ ਦੇ ਵਿੱਚ ਗੁੱਡਸ ਪਏ ਹੋਏ, ਓਨਰਸ ਦਾ ਰਾਈਟ ਕਿਹੜੇ ਸੈਕਸ਼ਨ ਦੇ ਵਿੱਚ ਲਿਖਿਆ ਹੋਇਆ? ਸੈਕਸ਼ਨ 64 ਹੈ, ਸੈਕਸ਼ਨ 64 ਹੈ। ਬਾਕੀ ਸੈਕਸ਼ਨ ਵੀ ਮੈਂ ਤੁਹਾਨੂੰ ਦੱਸ ਦਿੰਦਾ। ਇਹ ਸੈਕਸ਼ਨ ਬਹੁਤ ਇੰਪੋਰਟੈਂਟ ਹੈ, ਤੁਸੀਂ ਇਹਨੂੰ ਇਗਨੋਰ ਨਹੀਂ ਕਰਨਾ, ਤੁਸੀਂ ਇਹਨੂੰ ਯਾਦ ਕਰਨਾ ਹੈ। ਇਹ ਥੋੜ੍ਹਾ ਜਿਹਾ ਪਾਰਟ ਮੈਂ ਸਪੈਸ਼ਲੀ ਲਿਖਿਆ ਹੈ ਕਿਉਂਕਿ ਮੈਨੂੰ ਲੱਗਦਾ ਇਹ ਆ ਸਕਦਾ, ਅਤੇ ਇਹਨੂੰ ਬਿਲਕੁਲ ਵੀ ਇਗਨੋਰ ਨਹੀਂ ਕਰਨਾ, ਇਹਨੂੰ ਯਾਦ ਕਰਨਾ ਆਪਾਂ। ਸੈਕਸ਼ਨ ਜਿਹੜਾ 6 ਹੈ ਉਹ 'ਚ ਹੈਗੀ ਹੈ ਫੰਕਸ਼ਨਿੰਗ ਆਫ ਬੋਰਡ ਐਂਡ ਕਸਟਮ ਆਫਿਸਰਸ, ਉਹਦੀ ਫੰਕਸ਼ਨਿੰਗ ਦਿੱਤੀ ਹੋਈ ਹੈ। ਸੈਕਸ਼ਨ 10 ਦੇ ਵਿੱਚ ਹੈਗਾ ਗੁੱਡਸ ਡੈਰਲਿਕਟ ਐਂਡ ਰੈਕ, ਮਤਲਬ ਖ਼ਰਾਬ ਹੋ ਗਏ ਹੋਏ ਜਿਹੜੇ ਗੁੱਡਸ, ਰੈਕਡ ਗੁੱਡਸ ਜਿਹੜੇ ਹੈਗੇ ਉਹਦੇ ਬਾਰੇ ਦੱਸਿਆ ਗਿਆ। ਅਤੇ ਸੈਕਸ਼ਨ 12 ਦੇ ਵਿੱਚ ਹੈਗੇ ਡਿਊਟੀਏਬਲ ਗੁੱਡਸ, ਜਿਹੜੇ ਗੁੱਡਸ 'ਤੇ ਡਿਊਟੀ ਲੱਗਣੀ ਹੈ ਉਹ ਕਿੰਨੀ ਲੱਗਣੀ ਹੈ, ਕਿੱਦਾਂ ਲੱਗਣੀ ਹੈ, ਕਿਹੜੇ ਗੁੱਡਸ ਡਿਊਟੀਏਬਲ ਹੈ, ਕਿਹੜੇ ਨਹੀਂ ਹੈ, ਉਹ ਸੈਕਸ਼ਨ 12 ਦੇ ਵਿੱਚ ਹੈ। ਇਹ ਚੀਜ਼ਾਂ ਜਿਹੜੀ ਮੈਂ ਤੁਹਾਨੂੰ ਸੈਕਸ਼ਨ ਦੱਸਿਆ ਹੈ, ਦੇਖੋ ਬੋਰਿੰਗ ਹੋ ਸਕਦਾ ਪਰ ਟਫ ਵੀ ਹੈ ਥੋੜ੍ਹਾ ਯਾਦ ਕਰਨਾ, ਸਿੱਧਾ ਯਾਦ ਕਰਨਾ ਪੈਣਾ, ਪਰ ਇਹ ਕਰਨਾ ਜ਼ਰੂਰੀ ਹੈ। ਮੂਵ ਕਰਦੇ ਹਾਂ ਆਪਾਂ ਨੈਕਸਟ, ਆਪਾਂ ਥੋੜ੍ਹਾ ਕਰੰਟ ਪੜ੍ਹ ਲੈਂਦੇ ਹਾਂ। ਜਿਹੜਾ ਪੋਰਟਲ ਫॉर MSME ਰਜਿਸਟ੍ਰੇਸ਼ਨ, MSME ਮੀਡੀਅਮ ਐਂਡ ਸਮੋਲ, ਮਾਈਕਰੋ ਸਮੋਲ ਐਂਡ ਮੀਡੀਅਮ ਐਂਟਰਪ੍ਰਾਈਜ਼ਿਸ, ਸੌਰੀ ਪਹਿਲਾਂ ਗਲਤ ਬੋਲ ਗਿਆ ਸੀ ਮੈਂ। ਮਾਈਕਰੋ ਸਮੋਲ ਐਂਡ ਮੀਡੀਅਮ ਐਂਟਰਪ੍ਰਾਈਜ਼ਿਸ ਦੇ ਰਜਿਸਟ੍ਰੇਸ਼ਨ ਲਈ ਕਿਹੜਾ ਪੋਰਟਲ ਹੈ? ਉਦਯਮ ਪੋਰਟਲ। MSME ਪਬਲਿਕ ਪ੍ਰੀਕਿਓਰਮੈਂਟ ਪੋਰਟਲ ਰਜਿਸਟ੍ਰੇਸ਼ਨ ਲਈ ਹੈਗਾ ਉਦਯਮ ਪੋਰਟਲ। ਅਤੇ ਪਬਲਿਕ ਪ੍ਰੀਕਿਓਰਮੈਂਟ ਮਤਲਬ ਜੇ ਮੈਂ ਤੁਹਾਨੂੰ ਸਮਝਾਵਾਂ ਤਾਂ ਆਪਾਂ ਸਮਝ ਸਕਦੇ ਹਾਂ ਕਿ MSME ਤੋਂ ਆਪਾਂ ਕੋਈ ਚੀਜ਼ ਪ੍ਰੀਕਿਓਰ ਕਰਨੀ ਹੈ, ਖਰੀਦਣੀ ਹੈ, ਤਾਂ ਉਹਦੇ ਲਈ ਆਪਾਂ ਕਿਹੜੇ ਪੋਰਟਲ 'ਤੇ ਜਾ ਸਕਦੇ ਹਾਂ? ਸੰਬੰਧ ਪੋਰਟਲ। ਇੰਪੋਰਟੈਂਟ ਹੈ, ਬਹੁਤ ਇੰਪੋਰਟੈਂਟ ਹੈ। MSME ਪੋਰਟਲ ਫॉर ਡਿਲੇਡ ਪੇਮੈਂਟ ਮੋਨੀਟਰਿੰਗ ਸਿਸਟਮ, ਤਾਂ ਡਿਲੇ ਜੇ ਪੇਮੈਂਟ ਹੁੰਦੀ ਹੈ ਕਿਸੇ MSME ਦੀ ਤਾਂ ਉਹ ਪੇਮੈਂਟ ਕਿੱਥੇ ਚੈੱਕ ਕਰ ਸਕਦੇ ਆਪਾਂ? ਤਾਂ ਉਹ ਸਮਾਧਾਨ ਪੋਰਟਲ ਹੈ। ਆਸਾਨ ਹੈ, ਇਹ ਯਾਦ ਰੱਖਣਾ ਬਹੁਤ ਆਸਾਨ ਹੈ ਮੈਨੂੰ ਲੱਗਦਾ। ਮੂਵ ਕਰਦੇ ਹਾਂ 44th ਕੁਐਸਚਨ, ਇਨ ਪ੍ਰੋਡਕਸ਼ਨ ਸੈਕਟਰ ਮਾਈਕਰੋ ਐਂਟਰਪ੍ਰਾਈਜ਼ਿਸ ਇਨਵੈਸਟਮੈਂਟ ਲਿਮਿਟ ਸ਼ੁੱਡ ਨਾਟ ਐਕਸੀਡ। ਪ੍ਰੋਡਕਸ਼ਨ ਸੈਕਟਰ ਦੇ ਵਿੱਚ ਜੋ ਮਾਈਕਰੋ ਐਂਟਰਪ੍ਰਾਈਜ਼ਿਸ ਹੈ, ਇੱਕ ਮਾਈਕਰੋ ਹੁੰਦਾ, ਮਾਈਕਰੋ ਹੈ, ਸਮੋਲ ਹੈ, ਮੀਡੀਅਮ ਹੈ। ਮਾਈਕਰੋ ਦੇ ਵਿੱਚ ਇਨਵੈਸਟਮੈਂਟ ਦੀ ਜਿਹੜੀ ਲਿਮਿਟ ਹੈ ਉਹ 1 ਕਰੋੜ ਦੀ ਹੈ। ਮੀਡੀਅਮ ਦੇ ਵਿੱਚ ਕਿੰਨੀ ਹੈ? 10 ਕਰੋੜ ਦੀ। ਅਤੇ ਸਮੋਲ ਦੇ ਵਿੱਚ 10 ਕਰੋੜ ਦੀ ਹੈ, ਸੌਰੀ, ਅਤੇ ਮੀਡੀਅਮ ਦੇ ਵਿੱਚ 50 ਕਰੋੜ ਦੀ ਹੈ। ਇਹ ਤਾਂ ਹੈਗੀ ਆ ਆਪਣੀ ਇਨਵੈਸਟਮੈਂਟ ਲਿਮਿਟ। ਹੁਣ ਆਪਾਂ ਦੇਖ ਲੈਂਦੇ ਹਾਂ ਟਰਨ ਓਵਰ ਲਿਮਿਟ।
ਟਰਨਓਵਰ ਹੁੰਦਾ ਟੋਟਲ ਕਿੰਨਾ ਬਿਜ਼ਨਸ ਮਤਲਬ ਕੀਤਾ ਹੈ। ਟਰਨਓਵਰ ਜਿਹੜੀ ਮਾਈਕਰੋ ਸਮੋਲ ਅਤੇ ਆਪਾਂ ਮੀਡੀਅਮ ਦੇਖ ਲੈਂਦੇ ਹਾਂ। ਮਾਈਕਰੋ ਦੀ ਹੈਗੀ ਹੈ ਜੀ ਟਰਨਓਵਰ 5 ਕਰੋੜ ਤੱਕ ਜੇ ਹੈਗੀ ਹੈ ਤਾਂ ਉਹ ਮਾਈਕਰੋ ਹੈ। 50 ਕਰੋੜ ਤੱਕ ਹੈ ਤਾਂ ਉਹ ਸਮੋਲ ਹੈ। ਜੇ 250 ਕਰੋੜ ਹੈ ਤੱਕ ਹੈ ਤਾਂ ਮੀਡੀਅਮ ਹੈ। ਐਂਡ ਮੂਵ ਕਰਦੇ ਹਾਂ ਆਪਾਂ। ਨੈਕਸਟ ਕੁਐਸਚਨ ਆ ਆਪਣਾ 45th ਕੁਐਸਚਨ। Which of the following is the principal financial institution for the promotion, financing and development of MSME sector? ਤਾਂ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਕਿਹੜਾ ਹੈ ਜਿਹੜਾ ਕਿ ਇਹਦੀ ਪ੍ਰਮੋਸ਼ਨ ਅਤੇ ਸਭ ਕੁਝ ਡਿਵੈਲਪਮੈਂਟ ਵਗੈਰਾ 'ਤੇ ਧਿਆਨ ਰੱਖਦਾ ਹੈ? ਤਾਂ ਉਹ ਆਪਣਾ ਹੈਗਾ ਜੀ ਸਿਡਬੀ। ਸਿਡਬੀ ਹੈ ਜੋ ਆਪਣਾ ਧਿਆਨ ਰੱਖਦਾ ਇਹਦੀ ਡਿਵੈਲਪਮੈਂਟ, ਫਾਈਨੈਂਸਿੰਗ ਵਗੈਰਾ ਸਾਰੀ ਚੀਜ਼ਾਂ ਦੇਖਦਾ ਹੈ। ਨੈਕਸਟ ਕੁਐਸਚਨ ਇਜ਼ which of the following is a full service rating agency exclusively set up for micro, small and medium enterprises in India? ਜੋ ਕਿ ਰੇਟਿੰਗ ਦਿੰਦੀ ਹੈ MSME ਨੂੰ, ਰੇਟਿੰਗ ਦੇਣ ਵਾਲੀ ਕਿਹੜੀ ਏਜੰਸੀ ਹੈ? ਤਾਂ ਉਹਦਾ ਨਾਮ ਹੈ ਸਮੀਰਾ, SMERA। ਜੋ SMERA ਹੈ ਸਮੀਰਾ, ਔਰ ਇੱਕ ਰੇਟਿੰਗ ਏਜੰਸੀ ਹੈ, ਸਰਵਿਸ ਰੇਟਿੰਗ ਏਜੰਸੀ ਹੈ। ਆਪਣਾ ਮੂਵ ਕਰਦੇ ਹਾਂ ਨੈਕਸਟ ਕੁਐਸਚਨ 'ਤੇ। ਥੀਮ ਆਫ MSME ਡੇਜ਼। MSME ਡੇ ਦੀ ਥੀਮ ਕੀ ਹੈ? MSME ਡੇ ਦੀ ਥੀਮ ਹੈਗੀ ਹੈ ਦ ਕੀ ਟੂ ਐਨ ਇਨਕਲੂਸਿਵ ਐਂਡ ਸਸਟੇਨੇਬਲ ਰਿਕਵਰੀ। MSME ਡੇ ਹੁੰਦਾ ਹੈ 27 ਜੂਨ। 27 ਆਫ ਜੂਨ ਨੂੰ MSME ਡੇ ਹੁੰਦਾ। ਇਹਦੀ ਥੀਮ ਹੈਗੀ ਹੈ, ਇੰਪੋਰਟੈਂਟ ਹੈ ਕਾਫੀ, ਦ ਕੀ ਟੂ ਐਨ ਇਨਕਲੂਸਿਵ ਐਂਡ ਸਸਟੇਨੇਬਲ ਰਿਕਵਰੀ। ਯਾਦ ਰੱਖਣਾ ਆਪਾਂ। ਨੈਕਸਟ ਕੁਐਸਚਨ ਹੈ ਇਨ ਇੰਡੀਆ ਲਿਬਰਲਾਈਜੇਸ਼ਨ ਐਂਡ ਪ੍ਰਾਈਵੇਟਾਈਜੇਸ਼ਨ ਬਿਗਨ ਫਰੋਮ। ਤਾਂ ਕਾਫੀ ਈਜ਼ੀ ਕੁਐਸਚਨ ਹੈ, ਮੈਂ ਕਹੂँਗਾ 1991। ਮੂਵ ਕਰਦੇ ਹਾਂ। ਵਾਟ ਇਜ਼ ਸਟੈਗਫਲੇਸ਼ਨ? ਸਟੈਗਫਲੇਸ਼ਨ ਕੀ ਹੁੰਦੀ ਹੈ? ਇਨਫਲੇਸ਼ਨ, ਦੇਖੋ ਇਨਫਲੇਸ਼ਨ ਹੁੰਦੀ ਹੈ ਜਦੋਂ ਚੀਜ਼ਾਂ ਦਾ ਰੇਟ ਵੱਧ ਜਾਂਦਾ, ਪ੍ਰੋਡਕਟਸ ਦਾ, ਗੁੱਡਸ ਦਾ ਰੇਟ ਵੱਧ ਗਿਆ ਤਾਂ ਉਹਨੂੰ ਇਨਫਲੇਸ਼ਨ ਕਹਾਂਗੇ। ਸਟੈਗਫਲੇਸ਼ਨ ਕੀ ਹੁੰਦੀ ਹੈ? ਸਿਚੁਏਸ਼ਨ ਇਨ ਵਿਚ ਦ ਇਕੋਨਮੀ ਹੈਵ ਇਨਫਲੇਸ਼ਨ ਐਂਡ ਰਿਸੈਸ਼ਨ ਆਲ ਟੂਗੈਦਰ। ਮਤਲਬ ਚੀਜ਼ਾਂ ਦਾ ਰੇਟ ਵੀ ਵੱਧ ਜੇ, ਗੁੱਡਸ ਦਾ ਰੇਟ ਵੀ ਵੱਧ ਜੇ ਅਤੇ ਰਿਸੈਸ਼ਨ, ਇਕੋਨਮੀ ਵੀ ਮਤਲਬ ਰਿਸੈਸ਼ਨ 'ਚ ਆ ਜੇ, ਗਰੋ ਨਾ ਕਰੇ ਇਕੋਨਮੀ ਵੀ, ਤਾਂ ਉਹ ਸਟੈਗਫਲੇਸ਼ਨ ਹੈ। ਅਤੇ ਇੰਪਲੋਇਮੈਂਟ ਵੀ ਬਹੁਤ ਜ਼ਿਆਦਾ ਵੱਧ ਜੇ ਤਾਂ ਇਹ ਵੀ ਸਟੈਗਫਲੇਸ਼ਨ ਹੈ। ਇੰਪਲੋਇਮੈਂਟ ਵੱਧ ਜੇ, ਲੋਕਾਂ ਲਵੇ ਕੰਮ ਨਾ ਰਵੇ ਅਤੇ ਰਿਸੈਸ਼ਨ ਆ ਜੇ, ਇਕੋਨਮੀ ਗਰੋ ਨਾ ਕਰੇ ਅਤੇ ਚੀਜ਼ਾਂ ਦਾ ਰੇਟ ਵੱਧਦਾ ਜਾਵੇ ਤਾਂ ਉਹਨੂੰ ਆਪਾਂ ਸਟੈਗਫਲੇਸ਼ਨ ਕਹਾਂਗੇ। ਨੈਕਸਟ ਕੁਐਸਚਨ 50th ਕੁਐਸਚਨ ਹੈ ਆਪਣਾ। ਡੈਸ਼ ਇਜ਼ ਦ ਵਰਲਡਸ ਬਿਗੈਸਟ ਪ੍ਰੋਡਿਊਸਰ ਆਫ ਲੈਦਰ ਟੂਲ ਪਾਊਚਿਸ ਐਂਡ ਐਪਰਨਸ। ਸਟੈਟਿਕ ਕੁਐਸਚਨ ਹੈ, ਜਲੰਧਰ ਹੈ ਜੀ ਇਹਦਾ ਆਨਸਰ। 51st ਕੁਐਸਚਨ ਵਿਚ ਸੈਕਟਰ ਹੈਜ਼ ਮੈਕਸੀਮਮ ਸ਼ੇਅਰ ਇਨ ਸਰਵਿਸ ਸੈਕਟਰ ਆਫ ਪੰਜਾਬ। ਪੰਜਾਬ ਦੇ ਜਿਹੜਾ ਸਰਵਿਸ ਸੈਕਟਰ ਹੈ ਸਰਵਿਸ ਸੈਕਟਰ ਦੇ ਵਿੱਚ ਜਿਹੜਾ ਮੈਕਸੀਮਮ ਸ਼ੇਅਰ ਕਿਹੜੇ ਸੈਕਟਰ ਦਾ ਹੈ? ਉਹ ਹੈ ਆਪਣਾ ਟਰੇਡ ਐਂਡ ਰਿਪੇਅਰ ਸਰਵਿਸ। ਲਿਖ ਵੀ ਰੱਖਿਆ ਮੈਂ 22% ਇਹਦਾ ਸ਼ੇਅਰ ਹੈ। 52nd ਕੁਐਸਚਨ ਹੈ ਆਪਣਾ। ਵਿਚ ਆਫ ਦ ਫੋਲੋਇੰਗ ਇਜ਼ ਕਾਲਡ ਸਨਰਾਈਜ਼ਿੰਗ ਇੰਡਸਟਰੀ। ਸਨਰਾਈਜ਼ਿੰਗ ਇੰਡਸਟਰੀ ਹੈਗੀ ਆਪਣੀ ਇਨਫੋਰਮੇਸ਼ਨ ਐਂਡ ਟੈਕਨੋਲੋਜੀ, IT। 53rd ਹੈ RBI was set up on recommendation of which of the following। ਤਾਂ RBI ਜੋ ਸੈਟਅਪ ਹੋਇਆ ਸੀ ਉਹ ਹਿਲਟਨ ਯੰਗ ਕਮਿਸ਼ਨ ਦੀ ਰეკਮੈਂਡੇਸ਼ਨ 'ਤੇ ਸੈਟਅਪ ਹੋਇਆ ਸੀ। ਕਦੋਂ ਸੈਟਅਪ ਹੋਇਆ ਸੀ? RBI ਸੈਟਅਪ ਹੋਇਆ ਸੀ 1935 ਦੇ ਵਿੱਚ। ਨੈਕਸਟ ਕੁਐਸਚਨ ਆਪਣਾ 54th ਵਿਚ ਐਪਲੀਕੇਸ਼ਨ ਫਾਰਮ ਇਜ਼ ਯੂਜ਼ਡ ਫॉर ਰਜਿਸਟ੍ਰੇਸ਼ਨ ਇਨ GST। ਤਾਂ ਜੇ ਆਪਾਂ GST ਅੰਡਰ ਰਜਿਸਟਰ ਕਰਨਾ ਤਾਂ ਕਿਹੜਾ ਫਾਰਮ ਨੰਬਰ ਜਿਹੜਾ ਆਪਣਾ ਆਪਾਂ ਫਿਲ ਕਰਾਂਗੇ? ਤਾਂ ਫਾਰਮ ਨੰਬਰ ਹੈਗੇ ਫਸਟ ਫਾਰਮ ਨੰਬਰ ਹੈ 01 GST REG ਰਜਿਸਟ੍ਰੇਸ਼ਨ ਫਸਟ 01। ਬਾਕੀ ਫਾਰਮ ਵੀ ਆਪਾਂ ਦੇਖ ਲੈਂਦੇ ਹਾਂ। GST REG 5 ਨੰਬਰ ਫਾਰਮ ਦੇ ਵਿੱਚ ਆਪਾਂ ਜਾ ਕੇ ਆਪਾਂ ਦੇਖ ਸਕਦੇ ਹਾਂ ਕਿ ਅਸੈਪਟ ਹੋਇਆ, ਰਿਜੈਕਟ ਹੋਇਆ। 6 ਨੰਬਰ ਦੇ ਵਿੱਚ ਆਪਾਂ ਨੂੰ ਪਤਾ ਲੱਗੇ ਰਜਿਸਟ੍ਰੇਸ਼ਨ ਸਰਟੀਫਿਕੇਟ ਮਿਲ ਜਾਏਗਾ। ਅਤੇ ਜੇ ਆਪਾਂ ਅਪਲਾਈ ਕਰਨਾ ਹੈ TDS ਅਤੇ TCS ਦੇ ਲਈ। TDS ਕੀ ਹੈ? ਟੈਕਸ ਡਿਡਕਟਿਡ
बहुत ही गंदी राइटिंग है, हो रही है मतलब, है नहीं इन्नी। एट सोर्स ਤਾਂ ਉਹ TDS ਹੈ। ਟੈਕਸ ਕਲੈਕਟਡ ਐਟ ਸੋਰਸ ਉਹ TCS ਹੈ। ਉਹਦੇ ਲਈ ਅਪਲਾਈ ਕਰਨਾ ਹੈ ਜੇ ਆਪਾਂ, ਤਾਂ ਫੋਰਮ ਨੰਬਰ 7 ਹੈ। ਮੂਵ ਕਰਦੇ ਹਾਂ ਆਪਾਂ 55th ਕੁਐਸਚਨ 'ਤੇ। ਮੇਜਰ ਸੋਰਸ ਆਫ ਰੈਵਨਿਊ ਆਫ ਸੈਂਟਰ ਗੌਰਮੈਂਟ। ਸੈਂਟਰ ਗੌਰਮੈਂਟ ਦਾ ਜਿਹੜਾ ਮੇਜਰ ਸੋਰਸ ਹੈ ਰੈਵਨਿਊ ਦਾ ਕੀ ਹੈ, ਉਹ ਇਨਡਾਇਰੈਕਟ ਟੈਕਸ ਹੈ। ਨੈਕਸਟ ਕੁਐਸਚਨ ਹੈ ਆਪਣਾ, ਫਸਟ ਸਟੇਟ ਇਨ ਇੰਡੀਆ ਟੂ ਲਾਂਚ ਅ ਪੋਲਿਸੀ ਟੂ ਇਸਟੈਬਲਿਸ਼ ਸਪੈਸ਼ਲ ਐਗਰੀਕਲਚਰ ਜ਼ੋਨ। ਸਪੈਸ਼ਲ ਐਗਰੀਕਲਚਰ ਜ਼ੋਨ ਲਈ ਕਿਹੜੀ ਸਟੇਟ ਹੈ ਜਿਹਨੇ ਪੋਲਿਸੀ ਲਾਂਚ ਕੀਤੀ ਹੈ, ਉਹ ਉੱਤਰਾਖੰਡ ਹੈ ਆਪਣੀ, ਉੱਤਰਾਖੰਡ। 57th ਕੁਐਸਚਨ ਆਪਣਾ, ਵਿਚ ਆਫ ਦ ਫੋਲੋਇੰਗ ਸਿਟੀਜ਼ ਹੈਜ਼ ਇਮਰਜਡ ਐਜ਼ ਦ ਇਲੈਕਟ੍ਰੋਨਿਕ ਕੈਪੀਟਲ। ਇਲੈਕਟ੍ਰੋਨਿਕ ਕੈਪੀਟਲ ਕਿਹਨੂੰ ਕਹਿੰਦੇ ਆ, ਜਿੱਥੇ ਕਾਫੀ ਜ਼ਿਆਦਾ ਸਟਾਰਟਅਪਸ ਵਗੈਰਾ ਸ਼ੁਰੂ ਹੁੰਦੇ ਆ, ਕਾਫੀ ਮਸ਼ਹੂਰ ਹੈ, ਬੈਂਗਲੁਰੂ ਨੂੰ ਕਹਿੰਦੇ ਆ ਜੀ ਆਪਾਂ। ਨੈਕਸਟ ਕੁਐਸਚਨ ਆ ਆਪਣਾ, ਟੈਕਸ ਪੇਡ ਔਨ ਗੁਡਸ ਐਂਡ ਸਰਵਿਸਿਜ਼ ਇਨਵੋਲਵਡ ਇਨ ਸਪਲਾਈ। ਸਪਲਾਈ 'ਚ ਜਿਹੜੇ ਗੁਡਸ ਇਨਵੋਲਵ ਹੁੰਦੇ ਆ, ਸਪਲਾਈ ਕਰਦੇ ਹਾਂ ਜੋ ਆਪਾਂ, ਉੱਤੇ ਇਨਪੁਟ ਟੈਕਸ ਲੱਗਦਾ ਜੀ, ਇਨਪੁਟ ਟੈਕਸ। ਨੈਕਸਟ ਕੁਐਸਚਨ, ਟਵਿਨ ਬੈਲੈਂਸ ਸ਼ੀਟ ਪ੍ਰੋਬਲਮ ਰੈਫਰਸ ਟੂ। ਟਵਿਨ ਬੈਲੈਂਸ ਸ਼ੀਟ ਪ੍ਰੋਬਲਮ ਜਿੱਦਾਂ ਕਿ NP ਹੋ ਗਈ ਬੈਂਕਿੰਗ ਦੇ ਵਿੱਚ, ਉਹਨੂੰ ਕਹਿੰਦੇ ਹਾਂ ਆਪਾਂ। ਤਾਂ ਜਦੋਂ ਬਹੁਤ ਜ਼ਿਆਦਾ ਓਵਰ ਡੈਪਟਨੈਸ ਹੋ ਜਾਏ, ਬਹੁਤ ਜ਼ਿਆਦਾ ਕਰਜ਼ਾਈ ਹੋ ਜਾਣ, ਕੋਈ ਵੀ ਕੋਆਪਰੇਸ਼ਨ ਹੋ ਗਈ, ਕੋਈ ਕੋਆਪਰੇਟ ਹੋ ਗਿਆ, ਜਾਂ ਬੈਂਕਿੰਗ ਸੈਕਟਰ ਹੋ ਗਿਆ, ਕੁਝ ਵੀ, ਤਾਂ ਉਹਨੂੰ ਟਵਿਨ ਬੈਲੈਂਸ ਸ਼ੀਟ ਪ੍ਰੋਬਲਮ ਬੋਲਾਂਗੇ ਆਪਾਂ। ਨੈਕਸਟ ਕੁਐਸਚਨ, ਮੈਕਸੀਮਮ ਵੈਲਿਊ ਆਫ IGST। IGST ਜਿੱਦਾਂ ਮੈਂ ਤੁਹਾਨੂੰ ਪਹਿਲਾਂ ਪੜ੍ਹਾ ਕੇ ਹਟਿਆ ਕਿ ਆਪਣਾ GST ਦੀ 4 ਟਾਈਪਸ ਨੇ, ਤਾਂ IGST ਕਿਹੜਾ ਹੈ, ਇੰਟੀਗ੍ਰੇਟਿਡ GST ਜੋ ਹੈ ਉਹ ਕਲੈਕਟ ਕਰਦਾ ਹੈ ਕੌਣ, ਕਲੈਕਟ ਕਰਦਾ ਉਹਨੂੰ ਸੈਂਟਰ। ਅਤੇ ਵੰਡਿਆ ਕਿਹਦੇ ਵਿੱਚ ਜਾਂਦਾ, ਦੋਨਾਂ ਦੇ ਵਿੱਚ ਵੰਡਿਆ ਜਾਂਦਾ ਉਹ, ਸੈਂਟਰ ਪਲੱਸ ਸਟੇਟ। ਤਾਂ ਮੈਕਸੀਮਮ ਵੈਲਿਊ ਉਹਦੀ ਕਿੰਨੀ ਹੋ ਸਕਦੀ ਹੈ, 40% ਹੋ ਸਕਦੀ ਹੈ ਮੈਕਸੀਮਮ ਵੈਲਿਊ। ਨੈਕਸਟ ਕੁਐਸਚਨ ਆਪਣਾ, ਟੈਕਸ ਵਿਚ ਵਾਜ਼ ਨਾਟ ਮਰਜਡ ਵਿਦ GSTs। GST ਦੇ ਵਿੱਚ ਕਿਹੜਾ ਟੈਕਸ ਆਪਾਂ ਮਰਜ ਨਹੀਂ ਕੀਤਾ, ਤਾਂ ਕਾਫੀ ਸਾਰੇ ਟੈਕਸ ਆਪਾਂ, ਵੈਟ ਹੋ ਗਿਆ, ਜਿੱਦਾਂ ਕਿ ਐਕਸਾਈਜ਼ ਹੋ ਗਿਆ, ਕਾਫੀ ਆਪਾਂ GST ਦੇ ਵਿੱਚ ਮਰਜ ਕਰਤੇ ਹੋਏ। ਐਕਸਾਈਜ਼ ਪਰ ਹਲੇ ਵੀ ਥੋੜ੍ਹੇ ਐਕਸੈਪਸ਼ਨ ਆ ਉਹ, ਜੋ ਕਿ ਲੱਗਦਾ ਹੈ ਪੈਟਰੋਲ ਵਗੈਰਾ 'ਤੇ ਜਾਂ ਲਿਕਰ ਵਗੈਰਾ 'ਤੇ, ਟਬੈਕੋ 'ਤੇ, ਉਹ ਐਕਸੈਪਸ਼ਨ ਹੈ। ਬਾਕੀ ਜਿਹੜੇ ਹੋਰ ਵੀ ਬਾਕੀ ਐਕਸਾਈਜ਼ ਵਾਲੇ ਆ ਅਤੇ ਵੈਟ ਵਾਲੇ ਆ, ਸਭ ਆਪਾਂ ਮਰਜ ਕਰਤੇ ਹੋਏ। ਅਤੇ ਪਰ ਜਿਹੜੀ ਬੇਸਿਕ ਕਸਟਮ ਡਿਊਟੀ ਹੈ ਉਹ ਨਹੀਂ ਆਪਾਂ ਮਰਜ ਕੀਤੀ ਹੋਈ, ਉਹ ਮਰਜ ਨਹੀਂ ਕੀਤੀ GST 'ਚ। ਨੈਕਸਟ ਕੁਐਸਚਨ ਆ ਆਪਣਾ, ਸੰਪਦਾ ਸਕੀਮ ਕਾਹਦੇ 'ਤੇ ਰਿਲੇਟਡ ਹੈ, ਕਾਹਦੇ ਨਾਲ ਰਿਲੇਟਡ ਹੈ, ਉਹ ਫੂਡ ਪ੍ਰੋਸੈਸਿੰਗ, ਐਗਰੋ ਫੂਡ ਪ੍ਰੋਸੈਸਿੰਗ। ਜਿੱਦਾਂ ਕਿ ਆਪਾਂ ਟੋਮੈਟੋ ਦਾ ਕੈਚਅਪ ਬਣਾਤਾ ਫੂਡ ਪ੍ਰੋਸੈਸਿੰਗ ਇੰਡਸਟਰੀ ਦੇ ਵਿੱਚ, ਤਾਂ ਉਹਦੇ ਰਿਲੇਟਡ ਹੈ ਸੰਪਦਾ ਸਕੀਮ। ਨੈਕਸਟ ਹੈ, ਫॉर ਰੇਜ਼ਿੰਗ ਦ ਇਨਕਮ ਸਟੈਂਡਰਡਸ ਆਫ ਫਾਰਮਰਸ ਐਂਡ ਟੂ ਇੰਸ਼ੋਰ ਅ ਲਾਈਫ ਆਫ ਡਿਗਨਿਟੀ ਐਂਡ ਔਨਰ, ਪੰਜਾਬ ਗੌਰਮੈਂਟ ਹੈਜ਼ ਲਾਂਚਡ ਵਿਚ ਪ੍ਰੋਗਰਾਮ ਇਨ 2021-2022। ਮਤਲਬ ਬਜਟ ਦੇ ਵਿੱਚ ਕਿਹੜਾ, ਤਾਂ ਉਹਦਾ ਨਾਮ ਹੈਗਾ ਕਾਮਯਾਬ ਕਿਸਾਨ ਖੁਸ਼ਹਾਲ ਪੰਜਾਬ। ਜੋ ਪ੍ਰੋਗਰਾਮ ਹੈ ਉਹ ਸ਼ੁਰੂ ਕੀਤਾ ਪੰਜਾਬ ਗੌਰਮੈਂਟ ਨੇ। ਨੈਕਸਟ ਕੁਐਸਚਨ ਆ ਆਪਣਾ 64th, ਨੈਸ਼ਨਲ ਇੰਸਟੀਟਿਊਟ ਆਫ ਵਾਇਰੋਲੋਜੀ ਵਿਲ ਬੀ ਸੈਟ ਅਪ ਬਾਈ ਪੰਜਾਬ ਗੌਰਮੈਂਟ ਇਨ ਕੋਲੈਬੋਰੇਸ਼ਨ ਵਿਦ ICMR, ਇੰਡੀਅਨ ਕਾਊਂਸਿਲ ਆਫ ਮੈਡੀਕਲ ਐਂਡ ਰਿਸਰਚ ਦੇ ਨਾਲ ਕੋਲੈਬੋਰੇਸ਼ਨ ਦੇ ਨਾਲ ਇੰਡੀਅਨ ਨੈਸ਼ਨਲ ਇੰਸਟੀਟਿਊਟ ਆਫ ਵਾਇਰੋਲੋਜੀ ਕਿੱਥੇ ਸੈਟਅਪ ਕੀਤਾ ਗਿਆ, ਮੋਹਾਲੀ 'ਚ ਸੈਟਅਪ ਕੀਤਾ ਗਿਆ। ਨੈਕਸਟ ਕੁਐਸਚਨ ਆ ਆਪਣਾ, ਵਿਚ ਫੰਡ will be created to invest in early stage startups and government participation will be maximum of 10% of the corpus। corpus मतलब total amount पैसा, corpus पैसा, ਤਾਂ 10% ਹੀ ਗੌਰਮੈਂਟ ਦਾ ਮੈਕਸੀਮਮ ਸਟੇਕ ਹੋਏਗਾ ਕੋਈ ਵੀ ਸਟਾਰਟਅਪ ਵਗੈਰਾ ਦੇ ਵਿੱਚ। ਉਹ ਕਿਹੜਾ ਫੰਡ ਹੈ, ਪੰਜਾਬ ਇਨੋਵੇਸ਼ਨ ਫੰਡ। ਨੈਕਸਟ ਕੁਐਸਚਨ ਇਜ਼ ARC ਦੀ ਫੁੱਲ ਫੋਰਮ ਹੈਗੀ ਆ ਆਪਣੀ ਐਸੈਟ ਰੀਕਨਸਟਰਕਸ਼ਨ ਕੰਪਨੀ। ਇਹ ਸੈਟਅਪ ਕੀਤੀ ਗਈ ਹੈ, ਕਿਉਂ ਸੈਟਅਪ, ਇਸ ਸੈਟਅਪ ਫॉर ਇਹ ਬੈਡ ਲੋਨਸ, ਜਿਹੜੇ ਲੋਨਸ ਆਪਣੇ ਨਹੀਂ ਭਰੇ ਜਾਂਦੇ ਉਹ ਬੈਡ ਲੋਨਸ ਬਣ ਜਾਂਦੇ ਆ, ਤਾਂ ਉਹਦੀ ਮੈਨੇਜਮੈਂਟ ਲਈ ARC ਸੈਟਅਪ ਕੀਤੀ ਗਈ ਹੈ। ਜੋ ARC ਹੈ ਕਾਫੀ ਹੌਟ ਟੋਪਿਕ ਹੈ, ਅਤੇ ਇਹਦੇ CEO ਹੈਗੇ
पद्म कुमार एम नायर CEO है ਜਿਹੜੀ ਆਪਣੀ ਐਸੈਟ ਰੀਕਨਸਟਰਕਸ਼ਨ ਕੰਪਨੀ ਹੈ ਇਹਦੇ ਪਹਿਲੇ CEO। ਨੈਕਸਟ ਕੁਐਸਚਨ ਆ ਆਪਣਾ ਵਿਚ ਆਫ ਦ ਫੋਲੋਇੰਗ ਇਜ਼ ਦ ਫਸਟ ਕੰਟਰੀ ਟੂ ਇੰਪਲੀਮੈਂਟ GST। ਪਹਿਲੀ ਕੰਟਰੀ ਕਿਹੜੀ ਹੈ ਜਿਹਨੇ GST ਇੰਪਲੀਮੈਂਟ ਕੀਤਾ ਸੀ? ਫਰਾਂਸ ਹੈ ਪਹਿਲੀ ਕੰਪਨੀ। ਅਤੇ ਤੁਹਾਨੂੰ ਜਾਣ ਕੇ ਹੋਰ ਵੀ ਵਧੀਆ ਲੱਗਣਾ ਕਿ ਆਈਡੀਆ ਕਿਹਦਾ ਸੀ? ਆਈਡੀਆ ਕੈਨੇਡਾ ਦਾ ਸੀ GST ਦਾ। ਨੈਕਸਟ ਕੁਐਸਚਨ 68th ਕੁਐਸਚਨ ਆਪਣਾ ਫਸਟ ਸਟੇਟ ਟੂ ਰੈਟੀਫਾਈ GST ਬਿੱਲ। GST ਬਿੱਲ ਅਸਮ ਨੇ ਪਹਿਲਾਂ ਰੈਟੀਫਾਈ ਕੀਤਾ ਸੀ, ਪਹਿਲੀ ਸਟੇਟ ਅਸਮ ਹੈ। ਨੈਕਸਟ ਕੁਐਸਚਨ ਆਪਣਾ 69th ਵਿਚ ਆਫ ਦ ਫੋਲੋਇੰਗ ਆਰ ਦ ਇੰਸਟੀਟਿਊਸ਼ਨਸ ਆਫ ਦ ਵਰਲਡ ਬੈਂਕ ਗਰੁੱਪ। ਵਰਲਡ ਬੈਂਕ ਗਰੁੱਪ ਦੇ ਇਹਨਾਂ ਵਿੱਚੋਂ ਕਿਹੜੇ ਇੰਸਟੀਟਿਊਸ਼ਨ ਹੈਗੇ, ਕਿਹੜੇ ਨਹੀਂ ਹੈਗੇ? ਤਾਂ ਵਰਲਡ ਬੈਂਕ ਇੰਸਟੀਟਿਊਸ਼ਨ ਹੈ, ਉਹਦੇ ਪੰਜ ਗਰੁੱਪ ਹੈ, 5 ਇੰਸਟੀਟਿਊਸ਼ਨ ਹੈ। ਪੰਜੇ ਹੀ ਲਿਖ ਰੱਖਿਆ ਮੈਂ ਆਪਸ਼ਨ 'ਚ, ਸਾਰੇ ਹੀ ਹੈ। ਤੁਸੀਂ ਇਹਦੇ ਬਾਰੇ ਸੁਣ ਲਓ ਇੱਕ ਵਾਰ ਧਿਆਨ ਨਾਲ। ਜਿਹੜੀ ਕਿ ਫਸਟ ਹੈ ਆਪਣਾ ਹੈਗਾ ਇੰਟਰਨੈਸ਼ਨਲ ਬੈਂਕ ਫਾਰ ਰੀਕਨਸਟਰਕਸ਼ਨ ਐਂਡ ਡਿਵੈਲਪਮੈਂਟ। ਇਹ ਉਦੋਂ ਹੀ ਸੈਟਅਪ ਹੋਇਆ ਸੀ ਜਦੋਂ ਵਰਲਡ ਬੈਂਕ ਸੈਟਅਪ ਹੋਇਆ ਸੀ, ਪਹਿਲਾ ਹੀ ਇੰਸਟੀਟਿਊਸ਼ਨ ਹੈ ਉਹਦਾ 1944 ਦੇ ਵਿੱਚ। ਤਾਂ ਇਹ ਕੀ ਪ੍ਰੋਵਾਈਡ ਕਰਦਾ ਹੈ? ਇਹ ਪੂਅਰ ਜਿਹੜੀ ਮਿਡਲ ਇਨਕਮ ਕੰਟਰੀਜ਼ ਹੈ ਤਾਂ ਉਹਨਾਂ ਨੂੰ ਲੋਨ ਪ੍ਰੋਵਾਈਡ ਕਰਦਾ ਹੈ, ਫ੍ਰੀ ਨਹੀਂ ਪ੍ਰੋਵਾਈਡ ਕਰਦਾ। ਮਾਰਕੀਟ ਰੇਟ ਜੋ ਹੈ ਉਹ ਤੋਂ ਥੱਲੇ ਪ੍ਰੋਵਾਈਡ ਕਰਦਾ। ਤਾਂ ਆਪਣਾ ਪਹਿਲਾ ਹੋ ਗਿਆ ਕਿ ਇੰਟਰਨੈਸ਼ਨਲ ਬੈਂਕ ਫਾਰ ਰੀਕਨਸਟਰਕਸ਼ਨ ਐਂਡ ਡਿਵੈਲਪਮੈਂਟ ਆਪਾਂ ਪੜ੍ਹ ਲਿਆ। ਅਤੇ ਇੰਟਰਨੈਸ਼ਨਲ ਡਿਵੈਲਪਮੈਂਟ ਐਸੋਸੀਏਸ਼ਨ ਇਹ ਜ਼ੀਰੋ ਰੇਟ 'ਤੇ ਪ੍ਰੋਵਾਈਡ ਕਰਦਾ, ਜ਼ੀਰੋ ਰੇਟ 'ਤੇ। ਇਹਦਾ ਮੋਟਿਵ ਕੀ ਹੈ? ਪਾਵਰਟੀ ਨੂੰ ਇਰੈਡੀਕੇਟ ਕਰਨਾ, ਪਾਵਰਟੀ ਖ਼ਤਮ ਕਰਨਾ ਪੂਅਰ ਕੰਟਰੀਜ਼ ਦੇ ਵਿੱਚ। ਤਾਂ ਇਹ ਜ਼ੀਰੋ ਰੇਟ 'ਤੇ ਪ੍ਰੋਵਾਈਡ ਕਰਦਾ ਆਪਣਾ। ਨੈਕਸਟ ਆਪਣਾ ਹੈਗਾ ਇੰਟਰਨੈਸ਼ਨਲ ਫਾਈਨੈਂਸ ਕਾਰਪੋਰੇਸ਼ਨ। ਇਹ ਜਿਹੜੀ ਫਾਈਨੈਂਸ ਕਾਰਪੋਰੇਸ਼ਨ ਹੈ, ਆਪਾਂ ਕਾਰਪੋਰੇਸ਼ਨ ਤੋਂ ਯਾਦ ਰੱਖ ਸਕਦੇ ਹਾਂ ਕਿ ਪ੍ਰਾਈਵੇਟ ਦਾ ਕੋਈ ਰੋਲ ਹੋਣਾ ਇਹਦੇ ਵਿੱਚ, ਤਾਂ ਇਹ ਪ੍ਰਾਈਵੇਟ ਸੈਕਟਰ ਨੂੰ ਲੋਨ ਦਿੰਦੀ ਹੈ। ਨੈਕਸਟ ਹੈ ਆਪਣਾ ਮਲਟੀਲੈਟਰਲ ਇਨਵੈਸਟਮੈਂਟ ਗਾਰੰਟੀ ਏਜੰਸੀ, ਜਿਹੜੀ ਕਿ ਗਾਰੰਟੀ ਦਿੰਦੀ ਹੈ ਆਪਾਂ ਨੂੰ ਕਿ ਤੁਸੀਂ ਇੱਕ ਇਨਵੈਸਟਰ ਨੂੰ ਗਾਰੰਟੀ ਦਿੰਦੀ ਹੈ ਕਿ ਤੁਸੀਂ ਇਨਵੈਸਟ ਕਰੋ ਕਿਸੇ ਵੀ ਕੰਟਰੀ 'ਚ, ਰਿਸਕ ਅਸੀਂ ਦੇਖ ਲਾਂਗੇ। ਕੋਈ ਵੀ ਪੋਲੀਟੀਕਲ ਰਿਸਕ ਜੇ ਹੋਊਗਾ, ਜਿੱਦਾਂ ਕਿ ਸਰਕਾਰ ਬਦਲਦੀ ਹੈ, ਕੁਛ ਵੀ ਇੱਦਾਂ ਹੁੰਦਾ ਹੈ, ਜਾਂ ਕੋਈ ਕੰਟਰੀ ਆਪਣੇ ਲਾਜ਼ ਚੇਂਜ ਕਰ ਦਿੰਦੀ ਹੈ, ਪਹਿਲਾਂ ਤੁਸੀਂ ਮਤਲਬ ਇਨਵਾਈਟ ਕਰੋ ਕਿ ਤੁਸੀਂ ਆਓ ਲਾਓ, ਬਾਅਦ 'ਚੋਂ ਤੁਸੀਂ ਕਹਿ ਦਿਓ ਕਿ ਅਸੀਂ 50% ਟੈਕਸ ਲਾਵਾਂਗੇ, ਜਾਂ ਇੱਦਾਂ ਦਾ ਕੁਛ ਵੀ ਮਤਲਬ ਡਿਸਪਿਊਟ ਵਗੈਰਾ ਹੁੰਦਾ ਹੈ ਜਾਂ ਕੁਛ ਵੀ। ਤਾਂ ਇਹ ਪੋਲੀਟੀਕਲ ਕੋਈ ਵੀ ਰਿਸਕ ਹੈ ਕਿਸੇ ਵੀ ਤਰ੍ਹਾਂ ਦਾ, ਉਹਨੂੰ ਗਾਰੰਟੀ ਕਰਦੀ ਹੈ। ਐਂਡ ਐਟ ਦੀ ਐਂਡ ਆਪਾਂ ਹੈਗਾ ਇੰਟਰਨੈਸ਼ਨਲ ਸੈਂਟਰ ਫੋਰ ਸੈਟਲਮੈਂਟ ਆਫ ਇਨਵੈਸਟਮੈਂਟ ਐਂਡ ਡਿਸਪਿਊਟ। ਇਹ ਜੋ ਹੈ ਇਹ ਤਾਂ ਸਾਫ਼ ਤੁਹਾਨੂੰ ਪਤਾ ਲੱਗ ਹੀ ਰਿਹਾ ਹੋਣਾ ਕਿ ਡਿਸਪਿਊਟ ਵਗੈਰਾ ਸੈਟਲ ਕਰਦੀ ਹੈ। ਮੂਵ ਕਰਦੇ ਹਾਂ ਆਪਾਂ 70th ਕੁਐਸਚਨ ਹੈ ਆਪਣਾ ਇੰਡੀਆ ਇਜ਼ ਨਾਟ ਅ ਮੈਂਬਰ ਆਫ ਵਿਚ ਆਫ ਦ ਫੋਲੋਇੰਗ। ਤਾਂ ਇੰਡੀਆ ਇਹਨਾਂ ਵਿੱਚੋਂ ਇੰਟਰਨੈਸ਼ਨਲ ਸੈਂਟਰ ਫੋਰ ਸੈਟਲਮੈਂਟ ਆਫ ਇਨਵੈਸਟਮੈਂਟ ਡਿਸਪਿਊਟਸ ਦਾ ਮੈਂਬਰ ਨਹੀਂ ਹੈ। ਬਾਕੀ ਜਿਹੜੀ ਵੀ ਹੈਗੀਆਂ ਇੰਡੀਆ ਉਹਨਾਂ ਦਾ ਫਾਊਂਡਿੰਗ ਮੈਂਬਰ ਹੈ, ਪੜ੍ਹ ਲਿਓ ਤੁਸੀਂ। ਆਹ ਤਿੰਨਿਆਂ ਦਾ ਇੰਡੀਆ ਮੈਂਬਰ ਹੈਗਾ ਹੈ, ਫਾਊਂਡਿੰਗ ਮੈਂਬਰ ਹੈ। ਨੈਕਸਟ ਕੁਐਸਚਨ ਹੈ 71st ਕਰੰਟ ਪ੍ਰੈਜ਼ੀਡੈਂਟ ਕੌਣ ਹੈ ਵਰਲਡ ਬੈਂਕ ਦਾ? ਹੂ ਇਜ਼ ਦ ਕਰੰਟ ਪ੍ਰੈਜ਼ੀਡੈਂਟ ਆਫ ਵਰਲਡ ਬੈਂਕ? ਡੇਵਿਡ ਮਾਲਪਾਸ। ਨੈਕਸਟ ਕੁਐਸਚਨ ਹੈ ਕਰੰਸੀ ਹੈਵਿੰਗ ਲਾਰਜੈਸਟ ਵੇਟੇਜ ਔਨ ਡਿਟਰਮੀਨੇਸ਼ਨ ਆਫ ਵੈਲਿਊ ਆਫ SDR। SDR ਹੈ ਕੀ? SDR ਹੈ ਸਪੈਸ਼ਲ ਡਰਾਇੰਗ ਰਾਈਟਸ। SDR ਕਰੰਸੀ ਹੈ, SDR ਕਰੰਸੀ ਹੈ IMF ਦੀ। IMF ਜੋ ਕਿ ਉਦੋਂ ਹੀ ਬਣਿਆ ਸੀ, ਵਰਲਡ ਬੈਂਕ ਦੇ ਨਾਲ ਹੀ ਬਣਿਆ ਸੀ। ਵਰਲਡ ਬੈਂਕ ਦੇ ਨਾਲ ਬਣਿਆ ਸੀ। ਕਾਨਫਰੰਸ ਕਿਹੜੀ 'ਚ ਬਣਿਆ ਸੀ ਜੇ ਪੁੱਛਿਆ ਜਾਵੇ ਤਾਂ ਬ੍ਰੈਟਨ ਵੁਡਸ ਦੀ ਕਾਨਫਰੰਸ ਹੋਈ ਸੀ। ਬ੍ਰੈਟਨ ਵੁਡਸ ਇੱਕ ਸਿਟੀ ਹੈ US ਦੇ ਵਿੱਚ, ਯੂਨਾਈਟਿਡ ਸਟੇਟਸ ਦੇ ਵਿੱਚ। ਉਦੋਂ ਦੋਨੋਂ ਵਰਲਡ ਬੈਂਕ ਅਤੇ IMF ਇਕੱਠੇ ਬਣੇ ਸੀ। ਤਾਂ ਜਿਹੜੀ IMF ਹੈ ਉਹਦੀ ਕਰੰਸੀ ਹੈਗੀ ਹੈ SDR, ਸਪੈਸ਼ਲ ਡਰਾਇੰਗ ਰਾਈਟਸ। ਤਾਂ ਇਹਦੇ ਵਿੱਚ ਸਭ ਤੋਂ ਜ਼ਿਆਦਾ ਵੇਟੇਜ ਕਿਹਦੀ ਹੈ? ਉਹ ਹੈਗੀ ਹੈ ਆਪਣੀ US ਡਾਲਰਸ। ਜਿਹੜੇ US ਦੇ ਡਾਲਰ ਹੈ ਉਹਦੀ ਸਭ ਤੋਂ ਜ਼ਿਆਦਾ ਵੇਟੇਜ ਹੈ। ਕੁਐਸਚਨ ਹੈ ਹੈੱਡਕੁਆਟਰ ਆਫ ਏਸ਼ੀਅਨ ਡਿਵੈਲਪਮੈਂਟ ਬੈਂਕ ਕਿੱਥੇ ਹੈ? ਏਸ਼ੀਅਨ ਡਿਵੈਲਪਮੈਂਟ
ਮੈਂਡੇਲੂਯੋਂਗ, ਪੜ੍ਹਨ 'ਚ ਵੀ ਦਿੱਕਤ ਹੋ ਰਹੀ ਹੈ, ਇੱਦਾਂ ਦਾ ਨਾਮ ਹੈ, ਐਡਜਸਟ ਕਰ ਲਿਓ ਤੁਸੀਂ। ਮੈਂਡੇਲੂਯੋਂਗ ਦੇ ਵਿੱਚ ਫਿਲੀਪੀਨਸ ਦੇ ਵਿੱਚ ਹੈੱਡਕੁਆਟਰਸ ਹੈ ਆਪਣੇ ਏਸ਼ੀਅਨ ਡਿਵੈਲਪਮੈਂਟ ਬੈਂਕ ਦੇ। ਵੈਨ ਵਾਜ਼ GST ਇੰਪਲੀਮੈਂਟਡ ਇਨ ਇੰਡੀਆ? GST ਕਦੋਂ ਇੰਪਲੀਮੈਂਟ ਹੋਇਆ ਸੀ? 1 ਜਨਵਰੀ 2017 ਦੇ ਵਿੱਚ ਇੰਪਲੀਮੈਂਟ ਹੋਇਆ ਸੀ GST। ਨੈਕਸਟ ਕੁਐਸਚਨ ਆ ਆਪਣਾ, RBI ਰਿਵਿਊਜ਼ ਇਟਸ ਮੋਨੇਟਰੀ ਪੋਲਿਸੀ ਐਵਰੀ? ਤਾਂ ਹਰ 2 ਮਹੀਨੇ ਬਾਅਦ ਮੋਨੇਟਰੀ ਪੋਲਿਸੀ ਹੈ ਜੋ RBI ਹੈ ਉਹ ਰਿਵਿਊ ਕਰਦੀ ਹੈ। ਤਾਂ ਮੋਨੇਟਰੀ ਪੋਲਿਸੀ RBI ਦੀ ਹੁੰਦੀ ਹੈ, ਜੋ ਕਿ RBI। ਇੱਕ ਹੁੰਦੀ ਹੈ ਫਿਸਕਲ ਪੋਲਿਸੀ, ਉਹ ਗੌਰਮੈਂਟ ਆਫ ਇੰਡੀਆ ਦੀ ਹੁੰਦੀ ਹੈ, ਜੋ ਕਿ ਗੌਰਮੈਂਟ ਆਫ ਇੰਡੀਆ ਰੈਗੂਲੇਟ ਕਰਦੀ ਹੈ ਜਾਂ ਰਿਵਿਊ ਕਰਦੀ ਹੈ। ਤਾਂ ਜਿਹੜੀ ਆਪਣੀ ਮੋਨਟਰੀ ਪੋਲਿਸੀ ਹੈ ਉਹ ਹਰ 2 ਮੰਥ ਦੇ ਵਿੱਚ ਰਿਵਿਊ ਕਰਦੀ ਹੈ RBI। ਉਹਦੇ ਵਿੱਚ ਜਿਹੜੇ CRR ਹੈ, RR ਜਾਂ ਆਪਣੇ ਜਿਹੜੇ ਕਿ ਰੈਪੋ ਰੇਟ ਹੈ, ਰਿਵਰਸ ਰੈਪੋ ਰੇਟ ਹੈ, ਕਿ ਬੈਂਕ ਨੂੰ ਕਿੰਨੇ % 'ਤੇ ਆਪਾਂ ਦੇਣੇ ਆ ਪੈਸੇ ਜਾਂ ਲੈਣੇ ਆ, ਉਹ ਸਭ ਰੇਟ ਵਗੈਰਾ ਉਹਦੇ ਵਿੱਚ ਡਿਸਾਈਡ ਕਰਦੀ ਹੈ RBI। ਨੈਕਸਟ ਕੁਐਸਚਨ ਹੈ ਆਪਣਾ, ਵਾਟ ਇਜ਼ ਐਕਸਪੈਂਸ਼ਨਰੀ ਮੋਨੇਟਰੀ ਪੋਲਿਸੀ? ਐਕਸਪੈਂਸ਼ਨਰੀ ਮੋਨੇਟਰੀ ਪੋਲਿਸੀ ਕੀ ਹੈ? ਐਕਸਪੈਂਸ਼ਨਰੀ ਤੋਂ ਆਪਾਂ ਸਮਝ ਸਕਦੇ ਕਿ ਵਧਾਉਣਾ, ਕੁਛ ਐਕਸਪੈਂਡ ਕਰਨਾ। ਤਾਂ ਇਹਦਾ ਆਨਸਰ ਹੈ ਇੰਕਰੀਜ਼ਿੰਗ ਮਨੀ ਸਪਲਾਈ ਐਂਡ ਰਿਡਿਊਸਿੰਗ ਇੰਟਰਸਟ ਰੇਟ। ਕਿ ਮਨੀ ਸਪਲਾਈ, ਜ਼ਿਆਦਾ ਤੋਂ ਜ਼ਿਆਦਾ ਮਨੀ ਸਪਲਾਈ ਕਰ ਦੇਣਾ, ਬੈਂਕਾਂ ਨੂੰ ਜ਼ਿਆਦਾ ਪੈਸੇ ਦੇਣਾ, ਜਾਂ ਰੇਟ ਉਹਨਾਂ ਨੂੰ ਕਹਿਣਾ ਕਿ ਇੰਟਰਸਟ ਰੇਟ ਘਟਾਓ, ਜਿਹਦੇ ਨਾਲ ਮਨੀ ਸਪਲਾਈ ਵਧੇ। ਜਿੱਦਾਂ ਕਿ ਇੰਟਰਸਟ ਰੇਟ ਜੇ ਘਟੇਗਾ ਤਾਂ ਲੋਕ ਜ਼ਿਆਦਾ ਲੋਨ ਲੈਣਗੇ, ਲੋਕ ਇੰਟਰਸਟਿਡ ਹੋਣਗੇ ਲੋਨ ਲੈਣ 'ਚ ਜ਼ਿਆਦਾ। ਜਦੋਂ ਇੰਟਰਸਟ ਰੇਟ ਘਟ ਜਾਏਗਾ, ਉਹਦੇ ਨਾਲ ਮਨੀ ਸਪਲਾਈ ਜਿਹੜੀ ਕੀ ਹੈ ਵੱਧ ਜਾਏਗੀ ਮਾਰਕੀਟ ਦੇ ਵਿੱਚ, ਲੋਕਾਂ ਦੇ ਹੱਥ 'ਚ ਪੈਸਾ ਆ ਜਾਏਗਾ ਕੰਮ ਕਰਨ ਨੂੰ, ਕੁਛ ਵੀ, ਜਾਂ ਕੁਛ ਵੀ ਸੈਟਅਪ ਕਰਨਾ ਫੈਕਟਰੀ, ਜਾਂ ਆਪਣਾ ਕੰਮ ਨਵਾਂ ਕਿਸੇ ਨੇ ਕਰਨਾ ਹੈ, ਤਾਂ ਉਹ ਐਕਸਪੈਂਸ਼ਨਰੀ ਹੈ, ਐਕਸਪੈਂਸ਼ਨਰੀ ਪੋਲਿਸੀ। ਤੁਹਾਨੂੰ ਹੋਪ ਕਰਦਾ ਸਮਝ ਆ ਗਈ ਹੋਏਗੀ। ਨੈਕਸਟ ਕੁਐਸਚਨ ਹੈ ਆਪਣਾ, ਟੂ ਇਨਕਰੀਜ਼ ਦ ਫਲੋ ਆਫ ਮਨੀ RBI ਵਿਲ CRR ਆਪਾਂ ਦੇਖ ਲੈਂਦੇ ਹਾਂ, ਕੈਸ਼ ਰਿਜ਼ਰਵ ਰੇਸ਼ੀਓ। CRR ਦੀ ਫੁੱਲ ਫਾਰਮ ਹੈ। ਹੁੰਦਾ ਕੀ ਹੈ CRR ਹੁੰਦਾ ਹੈ ਕਿ ਕੁਛ ਅਮਾਊਂਟ ਹੁੰਦੀ ਹੈ ਜੋ ਫਿਲਹਾਲ 4% ਚੱਲ ਰਹੀ ਹੈ ਕਰੰਟ ਟਾਈਮ ਦੇ ਵਿੱਚ, ਇਹ ਬੈਂਕ ਨੂੰ ਰੱਖਣੀ ਪੈਂਦੀ ਹੈ RBI ਲਵੇ ਕੈਸ਼ ਦੇ ਫਾਰਮ 'ਚ, ਕੈਸ਼ ਜਾਂ ਲਿਕੁਇਡ ਐਸੈਟ ਦੇ ਫਾਰਮ ਦੇ ਵਿੱਚ, ਜਿੱਦਾਂ ਕਿ ਗੋਲਡ ਵਗੈਰਾ। ਤਾਂ ਮਤਲਬ ਬੈਂਕ ਰੱਖਦਾ ਹੈ ਉਹਦੇ ਲਵੇ, RBI ਲਵੇ। ਤਾਂ ਜੇ CRR ਆਪਾਂ ਘਟਾ ਦਈਏ, ਜੇ ਇਹਦਾ ਆਨਸਰ ਹੈ ਡਿਕਰੀਜ਼ ਕਰਨਾ, ਜੇ CRR ਘਟ ਜੇ, ਮਤਲਬ ਬੈਂਕ RBI ਲਵੇ ਜਿਹੜਾ ਬੈਂਕ ਦਾ ਪੈਸਾ ਪਿਆ, RBI ਬੈਂਕ ਨੂੰ ਘਟਾ ਦੇ ਕਿ ਚਲੋ ਤੁਸੀਂ ਘੱਟ ਰੱਖ ਲਓ ਮੇਰੇ ਲਵੇ, ਤਾਂ ਮਤਲਬ ਬੈਂਕ ਲਵੇ ਪੈਸਾ ਵੱਧ ਜਾਏਗਾ। ਬੈਂਕ ਲਵੇ ਪੈਸਾ ਜੇ ਵਧੇਗਾ ਤਾਂ ਬੈਂਕ ਜ਼ਿਆਦਾ ਲੋਨ ਦੇ ਸਕੇਗਾ, ਤਾਂ ਜ਼ਿਆਦਾ ਲੋਨ ਦੇ ਸਕੇਗਾ ਤਾਂ ਉਹਦੇ ਨਾਲ ਕੀ ਹੋਏਗਾ, ਫਲੋ ਵਧੇਗਾ ਮਨੀ ਦਾ, ਪੈਸੇ ਦਾ ਫਲੋ ਵਧੇਗਾ। ਤਾਂ ਜੇ ਡਿਕਰੀਜ਼ ਕਰਤਾ CRR ਬੈਂਕ ਨੇ, ਮਤਲਬ RBI ਨੇ, ਤਾਂ ਬੈਂਕ ਲਵੇ ਪੈਸਾ ਵਧੇਗਾ, ਜਿਹਦੇ ਨਾਲ ਕਿ ਫਲੋ ਜਿਹੜਾ ਹੈ ਮਨੀ ਦਾ ਵੱਧ ਜਾਏਗਾ। ਇਹਦਾ ਆਨਸਰ ਹੈਗਾ B, ਡਿਕਰੀਜ਼ CRR। ਨੈਕਸਟ ਕੁਐਸਚਨ ਆਪਣਾ, ਜਿਹੜੀ ਮੋਨੇਟਰੀ ਪੋਲਿਸੀ ਹੈ ਉਹਦੇ ਕਿੰਨੇ ਮੈਂਬਰ ਹੁੰਦੇ ਆ? ਉਹਦੇ 6 ਮੈਂਬਰ ਹੁੰਦੇ ਆ। ਮੋਨੇਟਰੀ ਪੋਲਿਸੀ ਪ੍ਰਮੋਟ ਕੀ ਕਰਦੀ ਹੈ? ਗਲਤ ਕੁਐਸਚਨ ਹੈ, ਥੋੜ੍ਹਾ ਗਲਤ ਲਿਖਤਾ, ਡੂ ਨੋਟ ਆਉਣਾ ਸੀ, ਡੂ ਨੋਟ। ਕੀ ਨਹੀਂ ਪ੍ਰਮੋਟ ਕਰਦੀ? ਲੋ ਟੈਕਸਿਸ ਨਾਲ ਤਾਂ ਮੋਨੇਟਰੀ ਪੋਲਿਸੀ ਦਾ ਕੁਛ ਲੈਣਾ ਦੇਣਾ ਹੀ ਨਹੀਂ RBI ਦਾ, ਜੋ ਕਿ ਮੋਨੇਟਰੀ ਪੋਲਿਸੀ ਹਰ 2 ਮਹੀਨੇ ਦੇ ਵਿੱਚ, ਹਰ 2 ਮੰਥ ਦੇ ਵਿੱਚ ਕਰਦੀ ਹੈ ਰਿਵਿਊ, ਤਾਂ ਉਹਦਾ ਟੈਕਸ ਨਾਲ ਲੈਣਾ ਦੇਣਾ ਕੁਛ ਨਹੀਂ ਹੈ। ਬਾਕੀ ਸਭ ਚੀਜ਼ਾਂ ਪ੍ਰਮੋਟ ਕਰਦੀ ਹੈ ਮੋਨੇਟਰੀ ਪੋਲਿਸੀ। ਨੈਕਸਟ ਕੁਐਸਚਨ ਹੈ, ਚੇਅਰਪਰਸਨ ਆਫ ਦੀ ਮੋਨੇਟਰੀ ਪੋਲਿਸੀ ਕਮੇਟੀ ਆਫ ਇੰਡੀਆ। ਚੇਅਰਪਰਸਨ ਕੌਣ ਹੁੰਦਾ ਹੈ? ਜਿੱਦਾਂ ਆਪਾਂ ਪਿੱਛੇ ਪੜ੍ਹਿਆ, ਮੈਂਬਰ ਪੜ੍ਹ ਲਏ ਆਪਾਂ ਕਿੰਨੇ ਹੁੰਦੇ ਆ, ਪਰ ਆਪਾਂ ਚੇਅਰਮੈਨ ਦੇਖ ਲਿਆ ਕਿ RBI ਦਾ ਗਵਰਨਰ ਹੁੰਦਾ ਹੈ ਚੇਅਰਮੈਨ। ਕਰੰਟ ਦਾ ਗਵਰਨਰ ਕੌਣ ਹੈ? ਸ਼ਕਤੀਕਾਂਤਾ ਦਾਸ ਕਰੰਟ RBI ਗਵਰਨਰ, ਜੋ ਕਿ ਚੇਅਰਪਰਸਨ ਵੀ ਨੇ ਮੋਨੇਟਰੀ ਪੋਲਿਸੀ ਦੇ। ਤਾਂ 81st ਕੁਐਸਚਨ ਹੈ, GST ਕਾਊਂਸਿਲ ਇਜ਼ ਗਿਵਨ ਇਨ ਵਿਚ ਆਰਟੀਕਲ? ਕਿਹੜੇ ਆਰਟੀਕਲ ਦੇ ਵਿੱਚ GST ਕਾਊਂਸਿਲ ਦਿੱਤੀ ਗਈ ਹੈ? ਤਾਂ
279 ਏ ਦੇ ਵਿੱਚ ਦਿੱਤੀ ਗਈ ਹੈ। ਮੈਨੂੰ ਲੱਗਦਾ ਇਹ ਕੁਐਸਚਨ ਰਿਪੀਟ ਹੈ ਸ਼ਾਇਦ, ਦੇਖ ਲਿਓ ਤੁਸੀਂ, ਪੜ੍ਹ ਲਿਓ, ਇੰਪੋਰਟੈਂਟ ਹੈ। ਕਮੋਡਿਟੀਜ਼ ਆਰ ਦ ਗੁੱਡਸ ਪ੍ਰੋਡਿਊਸਡ ਬਾਏ। ਕਮੋਡਿਟੀਜ਼ ਆਪਾਂ ਕਹਾਂਗੇ ਕਿਹਨੂੰ ਕਮੋਡਿਟੀਜ਼ ਕਹਾਂਗੇ, ਜਿੱਦਾਂ ਕਿ ਗੋਲਡ ਹੋ ਗਿਆ, ਕੋਲ ਹੋ ਗਿਆ, ਕੁਛ ਵੀ ਇੱਦਾਂ ਦਾ ਹੋ ਗਿਆ ਜੋ ਜਮੀ ਬੇਸਿਕ ਚੀਜ਼ ਹੈ, ਤਾਂ ਉਹਨੂੰ ਪ੍ਰਾਇਮਰੀ ਸੈਕਟਰ ਹੀ ਪ੍ਰੋਡਿਊਸ ਕਰਦਾ ਹੈ, ਕਮੋਡਿਟੀਜ਼, ਇਹਨਾਂ ਚੀਜ਼ਾਂ ਨੂੰ। ਨੈਕਸਟ ਕੁਐਸਚਨ ਹੈ, ਅੰਡਰ GST ਐਕਟ ਦ ਟਰਮ UIN ਸਟੈਂਡਸ ਫॉर। ਤਾਂ UIN ਹੈ, ਉਹਦੀ ਫੁੱਲ ਫॉर्म ਹੈਗੀ ਹੈ ਯੂਨੀਕ ਆਈਡੈਂਟੀਫਿਕੇਸ਼ਨ ਨੰਬਰ। ਇਹ ਹੈ ਜੋ ਇਹਦੇ ਵਿੱਚ ਕੀ ਰਜਿਸਟ੍ਰੇਸ਼ਨ ਕੀਤੀ ਜਾਂਦੀ ਹੈ ਫੋਰਨ ਡਿਪਲੋਮੈਟਸ ਜਾਂ ਬਾਹਰਲੇ ਜਾਂ ਐਮਬੈਸੀਜ਼ ਵਗੈਰਾ ਦੀ। ਤਾਂ ਇਹ ਜਿਹੜਾ ਯੂਨੀਕ ਨੰਬਰ ਉਹਨਾਂ ਨੂੰ ਦਿੱਤਾ ਜਾਂਦਾ ਹੈ ਜਿਹੜੇ ਕਿ ਲਾਇਬਲ ਨਹੀਂ ਹੈ ਟੈਕਸ ਦੇਣ ਦੇ, ਉਹਨਾਂ ਨੂੰ ਸਪੈਸ਼ਲੀ ਨੰਬਰ ਦਿੱਤਾ ਜਾਂਦਾ ਹੈ, ਤਾਂ ਉਹਨਾਂ ਨੂੰ ਟੈਕਸ ਦੇਣ ਦੀ ਲੋੜ ਨਹੀਂ ਹੈ ਜਿਨ੍ਹਾਂ ਲਵੇ ਨੰਬਰ ਹੈ। ਨੈਕਸਟ ਕੁਐਸਚਨ ਹੈ ਆਪਣਾ, ਦ ਨੀਡ ਟੂ ਫਾਈਲ IT ਰਿਟਰਨਸ for which age of senior citizens has been abolished as per budget 2021-22। ਤਾਂ ਕਰੰਟ ਦਾ ਕੁਐਸਚਨ ਹੈ ਅਬਵ 75 ਈਅਰਸ। ਇਹ ਆਇਆ ਵੀ ਹੋਇਆ, ਮੇਰੇ ਯਾਦ ਨਹੀਂ ਆ ਰਿਹਾ ਕਿਹੜੇ ਐਗਜ਼ਾਮ ਦੇ ਵਿੱਚ ਆਇਆ ਹੋਇਆ, ਪਰ ਇਹ ਆਇਆ ਹੋਇਆ। ਨੈਕਸਟ ਕੁਐਸਚਨ ਹੈ, ਇੰਸੀਡੈਂਟ ਆਫ ਟੈਕਸ ਔਨ ਟੈਕਸ ਇਜ਼ ਕਾਲਡ। ਜਦੋਂ ਟੈਕਸ 'ਤੇ ਟੈਕਸ ਲੱਗਦਾ ਹੈ ਉਹਨੂੰ ਟੈਕਸ ਕਾਸਕੇਡਿੰਗ ਕਹਿੰਦੇ ਆ। ਜਿੱਦਾਂ ਕਿ ਆਪਾਂ ਲੈਟ ਕਰ ਲੈਂਦੇ ਹਾਂ ਕਿ ਆਪਾਂ ਕੇਕ ਬਣਾਉਣਾ ਹੈ ਜਾਂ ਕੁਛ ਬਣਾਉਣਾ ਹੈ, ਤਾਂ ਆਪਾਂ ਪਹਿਲਾਂ ਬਰੈਡ ਵਗੈਰਾ ਲੈ ਕੇ ਆਏ, ਤਾਂ ਬਰੈਡ 'ਤੇ ਟੈਕਸ ਲੱਗਿਆ, ਪਹਿਲਾਂ ਤੋਂ ਲੱਗਿਆ ਹੀ ਹੁੰਦਾ ਇਨਡਾਇਰੈਕਟ ਟੈਕਸ, ਜਿੱਦਾਂ ਮੈਂ ਤੁਹਾਨੂੰ ਦੱਸਿਆ ਹੀ ਹੈ। ਅਤੇ ਉਦੋਂ ਬਾਅਦ ਆਪਾਂ ਆਟਾ ਲਿਆਏ, ਉਹ 'ਤੇ ਵੀ ਟੈਕਸ ਲੱਗਿਆ ਹੋਊਗਾ। ਉਦੋਂ ਬਾਅਦ ਕੇਕ ਬਣਾਇਆ, ਆਪਾਂ ਕੇਕ ਬਣਾ ਕੇ ਜਦ ਵੇਚਿਆ ਤਾਂ ਉਹਦੇ ਉੱਪਰ ਵੀ ਟੈਕਸ ਲੱਗ ਗਿਆ। ਤਾਂ ਟੈਕਸ 'ਤੇ ਟੈਕਸ ਲੱਗਦਾ ਗਿਆ, ਉਹਨੂੰ ਕਹਿੰਦੇ ਕਿ ਆਪਾਂ ਟੈਕਸ ਕਾਸਕੇਡਿੰਗ। ਤਾਂ ਇਹ ਆਪਣਾ ਅੱਜ ਦਾ ਲਾਸਟ ਕੁਐਸਚਨ ਸੀ। ਥੈਂਕ ਯੂ ਵੈਰੀ ਮੱਚ ਸੁਣਨ ਲਈ, ਅਤੇ ਹੋਪ ਕਰਦੇ ਹਾਂ ਜੇ ਵਧੀਆ ਲੱਗਿਆ ਤਾਂ ਲਾਈਕ ਜ਼ਰੂਰ ਕਰਿਓ ਅਤੇ ਸ਼ੇਅਰ ਜ਼ਰੂਰ ਕਰਿਓ। ਅਤੇ ਇਸ ਨਾਲ ਆਪਾਂ ਐਂਡ ਕਰਦੇ ਹਾਂ ਅੱਜ ਦਾ ਸੈਸ਼ਨ। ਥੈਂਕ ਯੂ, ਗੋਡ ਬਲੈਸ ਯੂ ਆਲ।